ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਅਰਾਧੇ, ਆਠ ਪਹਿਰ ਗੁਣ ਗਾਵਾਂ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਸ਼ਲੋਕਾਂ ਨਾਲ। ਸ਼ਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ। ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ। ਰਾਗਾਂ ਵਿੱਚ ਸ੍ਰੀ ਰਾਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਜੋ ਆਰੰਭ ਹੈ, ਗੁਰੂ ਕਿਰਪਾ ਸਦਕਾ ਇਹ ਵਿਚਾਰ ਸ੍ਰੀ ਰਾਗ ਦੀ ਵਾਰ ਤੱਕ ਪਹੁੰਚ ਚੁੱਕੀ ਹੈ। ਸਤਿਗੁਰਾਂ ਨੇ ਪਾਵਨ ਬਾਣੀ ਅੰਦਰ ਨਿਯਮ ਰੱਖਿਆ ਹੈ ਕਿ ਹਰ ਇੱਕ ਰਾਗ ਵਿੱਚ ਪਹਿਲਾਂ ਛੋਟੇ ਆਕਾਰ ਦੇ ਸ਼ਬਦ ਔਰ ਪਹਿਲੇ ਪਾਤਸ਼ਾਹ ਦੇ, ਫਿਰ ਦੂਜੇ, ਤੀਜੇ, ਚੌਥੇ ਜਾਂ ਪੰਜਵੇਂ ਪਾਤਸ਼ਾਹ ਦੇ, ਉਸ ਤੋਂ ਬਾਅਦ ਵੱਡੇ ਆਕਾਰ ਦੇ ਸ਼ਬਦ ਜਿਵੇਂ ਅਸ਼ਟਪਦੀਆਂ ਹਨ, ਇਸੇ ਤਰ੍ਹਾਂ ਫਿਰ ਛੰਤ ਹਨ। ਔਰ ਫਿਰ ਜੇ ਉਸ ਰਾਗ ਵਿੱਚ ਕੋਈ ਵਾਰ ਲਿਖੀ ਹੈ ਤਾਂ ਫਿਰ ਵਾਰ ਦੀ ਵਾਰੀ ਹੈ। ਉਸ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ। ਇਸ ਪ੍ਰਕਾਰ ਇਹ ਸ੍ਰੀ ਰਾਗ ਦੇ ਬਾਕੀ ਸਾਰੇ ਸ਼ਬਦ ਸੰਪੂਰਨ ਹੋਏ ਹਨ। ਹੁਣ ਜੋ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ, ਉਹਨਾਂ ਵਿੱਚੋਂ ਪਹਿਲੀ ਵਾਰ ਇਹ ਸ੍ਰੀ ਰਾਗ ਦੀ ਵਾਰ ਹੈ। ਵਾਰ ਪੁਰਾਣੇ ਸਮਿਆਂ ਦੇ ਅੰਦਰ ਸੂਰਮਿਆਂ ਦੇ ਜੋ ਜੰਗ ਹੋਏ ਹਨ, ਉਹਨਾਂ ਜੰਗਾਂ ਦਾ ਵਰਣਨ ਢਾਡੀ ਲੋਕ ਵਾਰਾਂ ਬਣਾ ਕੇ ਗਾਇਆ ਕਰਦੇ ਸਨ। ਔਰ ਪੁਰਾਤਨ ਸਮੇਂ 'ਚ ਉਹ ਵਾਰਾਂ ਕੇਵਲ ਪੌੜੀਆਂ ਵਿੱਚ ਹੀ ਹੋਇਆ ਕਰਦੀਆਂ ਸੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਤਾਂ ਉਸ ਵੇਲੇ ਸਤਿਗੁਰਾਂ ਨੇ ਕਾਵਿ ਦਾ ਇਹ ਅੰਗ ਵਾਰਾਂ, ਇਹ ਮਜ਼ਮੂਨ ਵੀ ਬਾਣੀ ਵਿੱਚ ਲਿਖਵਾਇਆ, ਇਹਦੇ ਮੁਤਾਬਕ ਵੀ ਬਾਣੀ ਲਿਖਾਈ। ਪਰ ਇਹ ਜਿਹੜੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਇਹਦੇ ਵਿੱਚ 2 ਵਾਰਾਂ ਸ਼ਲੋਕਾਂ ਤੋਂ ਬਗੈਰ ਹਨ। ਇੱਕ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਉਸ ਵਾਰ ਦੀਆਂ ਸਿਰਫ 8 ਪੌੜੀਆਂ ਨੇ। ਰਾਏ ਬਲਵੰਡ ਅਤੇ ਸੱਤਾ ਜੀ ਗੁਰੂ ਘਰ ਦੇ ਰਬਾਬੀ ਕੀਰਤਨੀਏ ਜੋ ਸਨ, ਉਹਨਾਂ ਨੇ ਉਹ 8 ਪੌੜੀਆਂ ਦੀ ਵਾਰ ਰਚੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਸਤਿਗੁਰਾਂ ਦਾ ਜਸ ਉਹਨਾਂ ਨੇ ਉਸ ਵਾਰ ਵਿੱਚ ਬਿਆਨ ਕੀਤਾ। ਔਰ ਇੱਕ ਵਾਰ ਬਸੰਤ ਰਾਗ ਦੀ ਵਾਰ ਹੈ। ਬਸੰਤ ਕੀ ਵਾਰ ਮਹੱਲ ਪੰਜਵਾਂ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰੀ, ਉਹਦੀਆਂ 3 ਪੌੜੀਆਂ ਨੇ ਸਿਰਫ। ਇਹਨਾਂ 2 ਵਾਰਾਂ ਨਾਲ ਸ਼ਲੋਕ ਨਹੀਂ ਹਨ, ਬਾਕੀ ਸਾਰੀਆਂ 20 ਵਾਰਾਂ ਪੌੜੀਆਂ ਦੇ ਨਾਲ ਨਾਲ ਸ਼ਲੋਕ ਵੀ ਦਰਜ ਕਰਾਏ ਨੇ। ਅਤੇ ਜਿਹੜੇ ਸ਼ਲੋਕ ਫਿਰ ਵਾਰਾਂ ਤੋਂ ਵੱਧ ਗਏ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਇਸ ਸਿਰਲੇਖ ਹੇਠ ਦਰਜ ਕਰਵਾਏ ਨੇ। ਸ਼ਲੋਕ ਵਾਰਾਂ ਤੇ ਵਧੀਕ, ਪਹਿਲਾਂ ਪਹਿਲੇ ਪਾਤਸ਼ਾਹ ਦੇ, ਫਿਰ ਤੀਜੇ ਪਾਤਸ਼ਾਹ, ਫਿਰ ਚੌਥੇ ਪਾਤਸ਼ਾਹ ਦੇ, ਅਤੇ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ, ਅਤੇ ਉਸ ਤੋਂ ਬਾਅਦ ਆਉਂਦੇ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਬੈਰਾਗਮਈ ਸ਼ਲੋਕ। ਇਸ ਪ੍ਰਕਾਰ ਇਹ ਸ੍ਰੀ ਰਾਗ ਦੀ ਵਾਰ ਲਿਖਵਾਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਬੀਜ ਰੂਪ ਮੰਗਲ ਉਚਾਰਦੇ ਹਨ। ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮਾਤਮਾ ਜੋ ਸਾਡਾ ਇਸ਼ਟ ਹੈ। ਓੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ, ਸਭ ਦਾ ਰਚੇਤਾ ਹੈ। ਸਤ ਗੁਰ ਪ੍ਰਸਾਦ, ਸਤ ਤ੍ਰੈ ਕਾਲ ਆਬਾਦ ਜੋ ਗੁਰੂ ਹਨ, ਜੋ ਸੇਵਕ ਦੇ ਹਿਰਦੇ 'ਚੋਂ ਅਗਿਆਨ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ ਸਤਿਗੁਰੂ। ਐਸੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ
ਇੱਕ ਓੰਕਾਰ ਪਰਮਾਤਮਾ ਦਾ ਗਿਆਨ ਪ੍ਰਗਟ ਹੁੰਦਾ ਹੈ। ਸ੍ਰੀ ਰਾਗ ਕੀ ਵਾਰ, ਸ੍ਰੀ ਰਾਗ ਜੋ ਹੈ ਇਸ ਦੀ ਵਾਰ, ਇਸ ਦੇ ਅੰਦਰ ਵਾਰ ਉਚਾਰਦੇ ਹਨ। ਮਹੱਲਾ ਚੌਥਾ। ਭਾਵ ਕਿ ਜਿੰਨੀਆਂ ਵੀ ਪੌੜੀਆਂ ਹਨ ਇਸ ਵਾਰ ਦੀਆਂ, ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰੀਆਂ ਹੋਈਆਂ ਹਨ ਸਲੋਕਾਂ ਨਾਲ। ਉਹਨਾਂ ਪੌੜੀਆਂ ਦੇ ਨਾਲ ਸਲੋਕ ਵੀ ਹਨ। ਇਹ ਵਾਰ ਸਲੋਕਾਂ ਸਮੇਤ ਹੈ। ਸਲੋਕ ਮਹੱਲਾ ਤੀਜਾ। ਜਿਸ ਜਿਸ ਪਾਤਸ਼ਾਹੀ ਦਾ ਉਚਾਰਨ ਕੀਤਾ ਸਲੋਕ ਹੈ, ਉੱਥੇ ਸਤਿਗੁਰੂ ਅਰਜਨ ਦੇਵ ਜੀ ਨੇ ਮਹੱਲਾ ਸ਼ਬਦ ਲਿਖਿਆ। ਮਹੱਲਾ ਪਹਿਲਾ ਹੈ, ਮਹੱਲਾ ਤੀਜਾ ਹੈ, ਜਾਂ ਚੌਥਾ ਹੈ, ਪੰਜਵਾਂ ਹੈ। ਪੌੜੀਆਂ ਸਾਰੀਆਂ ਗੁਰੂ ਰਾਮਦਾਸ ਜੀ ਦੀਆਂ ਹਨ। ਸਲੋਕ ਜਿਸ ਜਿਸ ਪਾਤਸ਼ਾਹੀ ਦਾ ਹੈ ਉਹ ਪਤਾ ਲੱਗ ਜਾਂਦਾ, ਕਿਉਂਕਿ ਸਲੋਕ ਮਹੱਲਾ ਤੀਜਾ ਜਿਵੇਂ ਲਿਖਿਆ। ਇਹ ਸਲੋਕ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਿਆ ਹੋਇਆ। ਸਲੋਕ ਵੈਸੇ ਤਾਂ ਕਾਵਿ ਦਾ ਇੱਕ ਅੰਗ ਹੈ, ਜਿਵੇਂ ਸੋਰਠਾ, ਦੋਹਰਾ, ਕਬਿੱਤ, ਸਵਈਆ, ਉਸੇ ਤਰ੍ਹਾਂ ਇੱਕ ਛੰਦ ਦਾ ਨਾਮ ਹੈ ਸਲੋਕ। ਪਰ ਇਸ ਦੇ ਵਿਦਵਾਨਾਂ ਨੇ ਅਧਿਆਤਮਕ ਅਰਥ ਵੀ ਕੀਤੇ ਹਨ ਦਾਨਿਆਂ ਨੇ। ਸਵੈ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਬਚਨ। ਸਾਡਾ ਸਵੈ ਸਰੂਪ, ਸਵੈ ਆਤਮਾ ਦਾ ਗਿਆਨ ਜਿਹਨੂੰ ਕਹਿੰਦੇ ਨੇ, ਉਹ ਉਸ ਲੋਕ ਵਿੱਚ ਪਹੁੰਚਾਉਣ ਵਾਲੇ ਬਚਨ। ਭਾਵ ਸਰੂਪ ਦਾ ਗਿਆਨ ਕਰਾਉਣ ਵਾਲੇ, ਆਤਮਾ ਜੋ ਸਾਡਾ ਸਰੂਪ ਆ ਉਹਦਾ ਗਿਆਨ ਕਰਾਉਣ ਵਾਲੇ ਬਚਨ। ਜਿਵੇਂ ਸੁਖਮਨੀ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਬਚਨ ਹਨ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰਹਿ ਲੋਕਹਿ ਨਿਸਤਾਰ। ਇਸ ਪ੍ਰਕਾਰ ਪਵਿੱਤਰ ਬਚਨ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਉਚਾਰਨ ਕਰ ਰਹੇ ਨੇ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਰਾਗ ਵਿਦਿਆ ਵਾਲੇ ਲੋਕ ਜਿਵੇਂ ਰਾਗਾਂ ਨੂੰ ਸਲਾਹੁੰਦੇ ਨੇ, ਇਸੇ ਤਰ੍ਹਾਂ ਰਾਗਾਂ ਵਿੱਚੋਂ ਸ਼੍ਰੋਮਣੀ ਰਾਗ ਸ੍ਰੀ ਰਾਗ ਨੂੰ ਮੰਨਿਆ ਗਿਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਸਿਧਾਂਤ ਜਾਂ ਫੈਸਲਾ ਦੇ ਰਹੇ ਨੇ। ਭਾਈ ਰਾਗਾਂ ਵਿੱਚੋਂ ਸ੍ਰੀ ਰਾਗ ਹੈ ਤਾਂ ਬਹੁਤ ਸੁੰਦਰ, ਲੋਕਾਂ ਨੇ ਮੰਨਿਆ, ਪਰ ਇਸ ਸ੍ਰੀ ਰਾਗ ਨੂੰ ਮਹਾਨ ਜਾਂ ਸ੍ਰੇਸ਼ਟ ਅਸੀਂ ਤਾਂ ਹੀ ਮੰਨਦੇ ਹਾਂ, ਤਾਂ ਹੀ ਸਾਡੇ ਵਾਸਤੇ ਸ੍ਰੇਸ਼ਟ ਹੈ ਜੇ ਸੱਚ ਧਰੇ ਪਿਆਰ। ਜਿਹੜਾ ਇਸ ਰਾਗ ਨੂੰ ਗਾਇਨ ਕਰਨ ਵਾਲਾ ਹੈ ਜਾਂ ਇਸ ਰਾਗ ਨੂੰ ਸੁਣਨ ਵਾਲਾ ਹੈ, ਜੇ ਉਹ ਸੱਚ ਸਰੂਪ ਪਰਮਾਤਮਾ ਨਾਲ ਪਿਆਰ ਧਾਰਨ ਕਰੇ, ਭਾਵ ਵਾਹਿਗੁਰੂ ਦਾ ਜਸ ਗਾਵੇ ਰਾਗ ਵਿੱਚ, ਤਾਂ ਰਾਗਾਂ ਵਿੱਚੋਂ ਸ੍ਰੀ ਰਾਗ ਬੜਾ ਸ਼੍ਰੋਮਣੀ ਹੈ। ਉਹ ਸਮਾਂ, ਉਹ ਘੜੀ, ਉਹ ਤਰੀਕਾ ਜਿਹਦੇ ਨਾਲ ਵਾਹਿਗੁਰੂ ਨੂੰ ਚੇਤੇ ਕੀਤਾ ਜਾਏ, ਪਰਮਾਤਮਾ ਨਾਲ ਪਿਆਰ ਪੈ ਜਾਏ, ਉਹ ਸਾਰਾ ਕੁਝ ਸਫਲਾ ਹੈ, ਮਹਾਨ ਹੈ। ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ। ਜੇ ਸੱਚ ਸਰੂਪ ਪਰਮਾਤਮਾ ਨਾਲ ਜੀਵ ਪਿਆਰ ਧਰੇ, ਪਿਆਰ ਧਾਰਨ ਕਰੇ, ਔਰ ਸਦਾ ਵਾਸਤੇ ਹਰੀ ਪਰਮਾਤਮਾ ਜੋ ਹੈ ਸਦੀਵੀ ਥਿਰ ਰਹਿਣ ਵਾਲਾ ਸੱਚ ਸਰੂਪ, ਉਹ ਮਨ ਵਿੱਚ ਵਸ ਜਾਂਦਾ ਹੈ, ਤਾਂ ਨਿਹਚਲ ਮਤ ਅਪਾਰ। ਜਿਹੜੀ ਫਿਰ ਮਤ ਹੈ ਉਹ ਅਪਾਰ ਪਰਮਾਤਮਾ ਜੋ ਬੇਅੰਤ ਹੈ ਉਸ ਨੂੰ ਧਾਰਨ ਕਰ ਲੈਂਦੀ ਹੈ। ਅਪਾਰ ਪਰਮਾਤਮਾ ਮਤ ਵਿੱਚ ਆ ਕੇ ਵਸਦਾ ਹੈ ਅਤੇ ਮਤ ਨਿਹਚਲ ਅਚਲ ਹੋ ਜਾਂਦੀ ਹੈ। ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਇ। ਗੁਰਮਤਿ ਗੁਰਾਂ ਦੀ ਦਿੱਤੀ ਮਤ ਸਿੱਖਿਆ ਹੀ ਅਚਲ ਮਤ ਹੈ, ਨਿਹਚਲ ਮਤ ਹੈ। ਸੋ ਇਸ ਪ੍ਰਕਾਰ ਨਿਹਚਲ ਮਤ ਅਪਾਰ, ਜੋ ਅਚਲ ਹੋ ਗਈ ਹੋਈ ਮਤ ਹੈ, ਉਸ ਮਤ ਵਿੱਚ ਅਪਾਰ ਬੇਅੰਤ ਪਰਮਾਤਮਾ ਮਨ ਨੂੰ ਆ ਵਸਦਾ ਹੈ। ਸਦਾ ਹੀ ਮਨ ਵਿੱਚ ਵਸ ਜਾਂਦਾ ਸੱਚ ਸਰੂਪ ਵਾਹਿਗੁਰੂ। ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ। ਜਿਹੜਾ ਗੁਰਮੁਖ ਪਿਆਰਾ ਗੁਰੂ ਦਾ ਸ਼ਬਦ ਤੇ ਸ਼ਬਦ ਨੂੰ ਵਿਚਾਰ ਕੇ ਹਿਰਦੇ 'ਚ ਵਸਾ ਲੈਂਦਾ। ਗੁਰੂ ਦੇ ਸ਼ਬਦ ਰਾਹੀਂ ਜਿਹੜੀ ਵਿਚਾਰ ਪ੍ਰਾਪਤ ਹੁੰਦੀ ਹੈ, ਗੁਰੂ ਦੇ ਸ਼ਬਦ ਵਿੱਚ ਜੋ ਵਿਚਾਰ ਰੱਖਿਆ ਹੋਇਆ ਸਤਿਗੁਰਾਂ ਦਾ, ਉਹ ਜਿਸ ਨੇ ਪ੍ਰਾਪਤ ਕਰ ਲਿਆ, ਮਨ ਨੂੰ ਅਮੋਲਕ ਰਤਨ ਪਾ ਲਿਆ। ਜਾਂ ਇੰਝ ਕਹੋ ਕਿ ਗੁਰੂ ਦਾ ਸ਼ਬਦ ਵਿਚਾਰ ਅਤੇ ਵਾਹਿਗੁਰੂ ਜੀ ਦਾ ਨਾਮ, ਇਹ ਅਮੋਲਕ ਰਤਨ ਹੈ। ਇਹ ਉਸ ਗੁਰਮੁਖ ਨੇ ਪ੍ਰਾਪਤ ਕਰ ਲਿਆ ਹੈ ਜੋ ਵਾਹਿਗੁਰੂ ਦੇ ਸੱਚੇ ਨਾਮ ਨਾਲ ਪਿਆਰ ਧਾਰਨ ਕਰਦਾ। ਜਿਹਵਾ ਸੱਚੀ, ਮਨ ਸੱਚਾ, ਸੱਚਾ ਸਰੀਰ ਆਕਾਰ।
ਜਿਸ ਜੀਭਾ ਨਾਲ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਭਾਵਨਾ ਸਦ ਬੋਲਿਆ ਜਾਂਦਾ ਹੈ, ਉਹ ਜੀਭ ਵੀ ਸੱਚੀ ਹੋ ਗਈ, ਉਹ ਮਨ ਵੀ ਸੱਚਾ ਹੋ ਗਿਆ, ਅਤੇ ਉਸ ਗੁਰਮੁਖ ਦਾ ਇਹ ਮਨੁੱਖਾ ਸਰੀਰ ਵੀ, ਇਹ ਸਰੀਰ ਦਾ ਸਾਰਾ ਆਕਾਰ ਸੱਚਾ ਹੈ। ਨਾਨਕ ਸੱਚੈ ਸਤਿਗੁਰ ਸੇਵਿਐ ਸਦਾ ਸੱਚ ਵਪਾਰ। ਸਤਿਗੁਰੂ ਅਮਰਦਾਸ ਮਹਾਰਾਜ ਫਰਮਾ ਰਹੇ ਨੇ ਕਿ ਜੋ ਸਤਿਗੁਰੂ ਜੀ ਸੱਚ ਸਰੂਪ ਹਨ, ਸੱਚੇ ਸਤਿਗੁਰਾਂ ਨੂੰ ਸੇਵਿਆ, ਸਤਿਗੁਰਾਂ ਦੀ ਸੇਵਾ ਕਰਨ ਕਰਕੇ, ਭਗਤੀ ਕਰਨ ਕਰਕੇ, ਸਤਿਗੁਰੂ ਦੇ ਹੁਕਮ ਅਨੁਸਾਰ ਚੱਲਣ ਕਰਕੇ, ਸਤਿਗੁਰੂ ਦੀ ਦੱਸੀ ਸੇਵਾ ਭਗਤੀ ਕਰਨ ਕਰਕੇ ਸਦਾ ਵਾਸਤੇ ਮਨ ਨੂੰ ਸੱਚ ਦਾ ਵਪਾਰ ਕਰ ਲਿਆ। ਉਸ ਗੁਰਮੁਖ ਨੇ, ਉਹਦੇ ਹਿਰਦੇ 'ਚ ਸਦਾ ਸੱਚ ਦਾ ਵਪਾਰ ਹੋ ਰਿਹਾ ਹੈ, ਸੱਚ ਨਾਲ ਜੁੜਿਆ ਹੋਇਆ ਹੈ ਅਤੇ ਸੱਚ ਨੂੰ ਖਰੀਦ ਰਿਹਾ ਹੈ। ਤਨ ਮਨ ਧਨ ਆਪਣਾ ਇਸ ਪਾਸੇ ਦਿੱਤਾ ਹੋਇਆ, ਇਹ ਵਪਾਰ ਹੋ ਰਿਹਾ। ਵਪਾਰ ਵਿੱਚ ਕੁਛ ਦੇਣਾ ਅਤੇ ਕੁਛ ਲੈਣਾ ਹੁੰਦਾ। ਇਹ ਵਪਾਰ ਸਦਾ ਨਾਲ ਨਿਭਣ ਵਾਲਾ ਹੈ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਅਗਲਾ ਸਲੋਕ ਉਚਾਰਦੇ ਹਨ। ਹੋਰ ਬਿਰਹਾ ਸਭ ਧਾਤ ਹੈ। ਹੋਰ ਜਿਹੜਾ ਪ੍ਰੇਮ ਹੈ, ਹੋਰ ਜਿਹੜੀ ਪ੍ਰੀਤ ਹੈ, ਸਭ ਧਾਤ ਹੀ ਮਾਇਆ ਹੈ। ਬਾਕੀ ਹੋਰ ਕਿਸੇ ਨਾਲ ਪ੍ਰੇਮ ਕਰਨਾ ਵਾਹਿਗੁਰੂ ਤੋਂ ਭਿੰਨ, ਕਿਸੇ ਹੋਰ ਨਾਲ ਪ੍ਰੇਮ ਕਰਨਾ, ਕਿਸੇ ਵਸਤੂ ਨਾਲ, ਕਿਸੇ ਵਿਅਕਤੀ ਨਾਲ, ਸਰੀਰ ਨਾਲ, ਇਹ ਸਭ ਹਜ਼ੂਰ ਕਹਿੰਦੇ ਮਾਇਆ ਹੈ। ਵੈਸੇ ਬਿਰਹਾ ਚੰਗੀ ਚੀਜ਼ ਹੈ, ਪਰ ਜੇ ਬਿਰਹਾ ਪਰਮਾਤਮਾ ਦਾ, ਬਿਰਹਾ ਦਾ ਅਰਥ ਪ੍ਰੇਮ, ਵੈਰਾਗਮਈ ਦਸ਼ਾ ਹੋਣੀ। ਜਿਵੇਂ ਕਿਸੇ ਪਤੀ ਵਰਤਾ ਇਸਤਰੀ ਦਾ ਪਤੀ ਪ੍ਰਦੇਸ਼ ਗਿਆ ਹੋਇਆ ਅਤੇ ਉਹ ਬਿਰਹਾ ਵਿੱਚ ਕੁੱਠੀ ਹੋਈ, ਉਸ ਪਤੀ ਦੇ ਪ੍ਰੇਮ ਵਿੱਚ ਮਗਨ ਹੋਈ, ਯਾਦ ਕਰੀ ਜਾਂਦੀ, ਉਹਦਾ ਧਿਆਨ ਉਸ ਪਾਸੇ ਰਹਿੰਦਾ, ਇਹਨੂੰ ਕਹਿੰਦੇ ਨੇ ਬਿਰਹਾ। ਫਰੀਦ ਜੀ ਨੇ ਕਿਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜਿਆ ਸੋ ਤਨ ਜਾਣ ਮਸਾਨ। ਪਰ ਵਾਹਿਗੁਰੂ ਨਾਲ ਬਿਰਹਾ ਹੋਏ, ਵਾਹਿਗੁਰੂ ਦੇ ਵਿਛੋੜੇ ਵਿੱਚ ਰੋਣਾ, ਜਿਹੜਾ ਵਿਰਾਗ ਕਰਨਾ, ਪ੍ਰੇਮ ਰੱਖਣਾ ਵਾਹਿਗੁਰੂ ਨਾਲ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਬ ਲਗ ਸਾਹਿਬ ਪ੍ਰੀਤ ਨਾਲ, ਜਦੋਂ ਤੱਕ ਸਾਹਿਬ ਅਕਾਲ ਪੁਰਖ ਨਾਲ ਸਾਡੀ ਪ੍ਰੀਤ ਨਹੀਂ ਹੁੰਦੀ, ਉਦੋਂ ਤੱਕ ਹੋਰ ਬਿਰਹਾ ਕਰਨਾ। ਜਿਹੜੇ ਕਿਸੇ ਸਰੀਰ ਦੇ ਚੜ੍ਹਾਈ ਕਰਨ 'ਤੇ ਲੋਕ ਵੈਣ ਪਾਉਂਦੇ ਨੇ, ਉਹਨੂੰ ਬਿਰਹੜੇ ਕਿਹਾ ਜਾਂਦਾ ਹੈ। ਬਿਰਹੇ ਵੀ ਉਹਦੇ ਪ੍ਰੇਮ ਵਿੱਚ ਵਿਰਾਗ 'ਚ ਆ ਕੇ ਬੰਦਾ ਰੋ ਰਿਹਾ। ਸੋ ਇਸ ਪ੍ਰਕਾਰ ਹੋਰ ਸਾਰੀਆਂ ਪ੍ਰੀਤਾਂ ਧਾਤ ਮਾਇਆ ਰੂਪ ਹੀ ਨੇ। ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਇਹ ਜੀਵ ਦਾ ਮਨ ਮਾਇਆ ਵਿੱਚ ਮੋਹਿਆ ਹੋਇਆ ਹੈ, ਮਾਇਆ 'ਚ ਗਰਸਿਆ ਹੋਇਆ, ਮਾਇਆ 'ਚ ਮਸਤ ਹੋਇਆ। ਮਾਇਆ ਕੇਵਲ ਪੈਸਾ ਧੇਲਾ ਨਹੀਂ ਹੈ। ਮਾਇਆ ਇਹ ਸਰੀਰ ਤੋਂ ਸ਼ੁਰੂ ਹੁੰਦੀ ਹੈ। ਸਰੀਰ ਵਿੱਚ ਮੋਹੇ ਜਾਣਾ ਵੀ ਮਾਇਆ 'ਚ ਹੀ ਮੋਹੇ ਜਾਣਾ ਹੈ। ਫਿਰ ਇਸੇ ਤਰ੍ਹਾਂ ਮਾਤਾ ਪਿਤਾ, ਭੈਣ ਭਰਾ, ਧੀਆਂ ਪੁੱਤਰ, ਧਰਮ ਪਤਨੀ, ਧਰਤੀ, ਬਿਰਛ ਬੂਟੇ, ਪਸ਼ੂ ਜਾਨਵਰ, ਆਕਾਸ਼, ਚੰਦਰਮਾ, ਸੂਰਜ, ਤਾਰੇ ਆਦਿਕ ਸਭ ਕੁਛ ਹੀ ਜੋ ਦ੍ਰਿਸ਼ਮਾਨ ਹੈ, ਜੋ ਦਿਖਾਈ ਦੇ ਰਿਹਾ, ਮਾਇਆ ਹੀ ਹੈ। ਇਹ ਮਨ ਮਾਇਆ 'ਚ ਮੋਹਿਆ ਹੋਇਆ। ਜਿਵੇਂ ਭਾਈ ਗੁਰਦਾਸ ਨੇ ਕਿਹਾ ਹੈ ਕਿ ਅੱਖੀਂ ਵੇਖ ਨਰਜੀਆਂ ਬੋ ਰੰਗ ਤਮਾਸ਼ੇ। ਇਹ ਅੱਖਾਂ ਨੂੰ ਲੱਗੀ ਹੋਈ ਹੈ ਮਾਇਆ। ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਭ ਨ ਰੱਜੀਆ ਕਰ ਭੋਗ ਬਿਲਾਸੇ। ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਆਸੇ। ਰੱਜ ਨ ਕੋਈ ਜੀਵਿਆ ਕੂੜੈ ਪ੍ਰਵਾਸੇ। ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਵੇਖਣ ਸੁਣਨ ਨਾ ਹੋਏ। ਜਿਹੜਾ ਮਾਇਆ 'ਚ ਮੋਹਿਆ ਹੋਇਆ ਮਨ ਹੈ, ਇਹਨੂੰ ਵੇਖਣਾ ਅਤੇ ਸੁਣਨਾ ਪ੍ਰਾਪਤ ਨਹੀਂ ਹੁੰਦਾ। ਮਤਲਬ ਭਈ ਉਹ ਅੱਖਾਂ ਇਹਦੇ ਪਾਸ ਨਹੀਂ ਜਿਨ੍ਹਾਂ ਨਾਲ ਵਾਹਿਗੁਰੂ ਵੇਖਿਆ ਜਾ ਸਕਦਾ। ਵਿਰਾਗ ਅਤੇ ਵਿਵੇਕ ਦੇ ਨੇਤਰ ਨਹੀਂ ਹਨ। ਜਿਵੇਂ ਕਿਹਾ ਹੈ, ਨਾਨਕ ਸਿਅਖੜੀਆਂ ਬਿਆਨ ਜਿਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਇਹ ਨਹੀਂ ਚੰਮਦੀਆਂ ਜਿਨ੍ਹਾਂ ਨਾਲ ਮੇਰਾ ਪਿਆਰਾ ਦਿਖਾਈ ਦਿੰਦਾ ਹੈ। ਉਹ ਅੱਖਾਂ ਹੋਰ ਨੇ। ਵਿਰਾਗ ਅਤੇ ਵਿਵੇਕ ਦੇ ਨੇਤਰ ਇਹਦੇ ਪਾਸ ਹੈ ਨਹੀਂ, ਇਸ ਕਰਕੇ ਵਾਹਿਗੁਰੂ ਨੂੰ ਵੇਖ ਨਹੀਂ ਸਕਦਾ। ਸ਼ਰਧਾ ਵਿਸ਼ਵਾਸ ਰੂਪੀ ਕੰਨ ਇਹਦੇ ਪਾਸ ਨਹੀਂ ਜਿਨ੍ਹਾਂ ਨਾਲ ਸੁਣਨਾ ਸੀ ਵਾਹਿਗੁਰੂ ਦੇ ਜਸ ਨੂੰ, ਉਹ ਹੈ ਨਹੀਂ ਅੰਦਰ, ਅਤੇ ਕੰਨ ਇਸ ਪਾਸੇ ਕਿਵੇਂ ਲੱਗਣ। ਇਹ ਪ੍ਰਤੱਖ ਜਿਹੜੇ ਚੰਮਦੇ ਕੰਨ ਹਨ, ਇਹ ਜਿਹੜਾ ਇੰਦਰਾ ਗਿਆਨ ਇੰਦਰਾ ਕੰਨ, ਇਹ ਵੀ ਪ੍ਰਮਾਤਮਾ ਨੂੰ ਸੁਣਨ ਵਾਸਤੇ ਨਹੀਂ ਤਿਆਰ। ਮਾਇਆ 'ਚ ਮੋਹਿਆ ਹੋਇਆ ਨਾ ਮਨ, ਤਾਂ ਕਰਕੇ। ਅਤੇ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ। ਹਜ਼ੂਰ ਕਹਿੰਦੇ ਨੇ ਇਹ ਅੰਨਾ ਅਗਿਆਨੀ ਜੀਵ ਕੀ ਕਰੇ।
ਸ਼ਹੁ ਪ੍ਰਮਾਤਮਾ ਅਕਾਲ ਪੁਰਖ ਦੇ ਦਰਸ਼ਨ ਕੀਤੇ ਤੋਂ ਬਗੈਰ ਪ੍ਰੀਤ ਵੀ ਨਹੀਂ ਉਪਜ ਸਕਦੀ। ਵਾਹਿਗੁਰੂ ਦਾ ਦਰਸ਼ਨ ਇਹਨੂੰ ਹੈ ਨਹੀਂ ਹੁੰਦਾ, ਤੇ ਦੇਖੇ ਤੋਂ ਬਗੈਰ ਬਿਨ ਦੇਖੇ ਉਪਜਿਆ ਨਹੀਂ ਆਸਾ, ਜਿਵੇਂ ਬਚਨ ਕੀਤੇ ਨੇ। ਪ੍ਰੀਤ ਨਹੀਂ ਪੈਦਾ ਹੁੰਦੀ। ਅੰਨਾ ਅਗਿਆਨੀ ਜੀਵ ਕੀ ਕਰੇ। ਅੱਖਾਂ ਨਾਲ ਵੇਖਣਾ ਸੀ ਨਾ ਵਾਹਿਗੁਰੂ ਨੂੰ, ਤੇ ਅੱਖਾਂ ਹੈ ਨਹੀਂ, ਫਿਰ ਜੀ ਕੀ ਕਰੀਏ, ਅੱਖਾਂ ਕਿੱਥੋਂ ਲਿਆਈਏ। ਤਾਂ ਹਜ਼ੂਰ ਕਹਿੰਦੇ ਨੇ, ਨਾਨਕ ਜਨ ਅੱਖੀ ਲੀਤੀਆ ਸੋਈ ਸੱਚਾ ਦੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਸ ਨੇ ਅੱਖਾਂ ਲੀਤੀਆਂ ਲਈਆਂ ਹਨ ਉਹੀ ਸੱਚਾ ਪ੍ਰਮਾਤਮਾ ਦੇ ਦੇਵੇ। ਮਤਲਬ ਜਿਹਨੇ ਅੱਖਾਂ ਤੋਂ ਅੰਨਾ ਕੀਤਾ ਨਾ ਇਸ ਜੀਵ ਨੂੰ, ਜਿਸ ਨੇ ਮਨ ਤੇ ਬੁੱਧ ਰੂਪੀ ਨੇਤਰਾਂ 'ਚ ਭਰਮ ਦੇ ਫੋਲੇ ਪਾਏ ਹੋਏ ਨੇ, ਉਹ ਬਖਸ਼ਿਸ਼ ਕਰੇ। ਉਹਨੇ ਅਗਿਆਨ ਪਸਾਰਿਆ ਹੋਇਆ, ਜਿਸ ਨੇ ਅਗਿਆਨ ਕਰਕੇ ਇਹਦੀਆਂ ਅੰਦਰਲੀਆਂ ਅੱਖਾਂ ਤੋਂ ਇਹਨੂੰ ਅੰਨਾ ਕਰ ਦਿੱਤਾ, ਜਿਨ੍ਹਾਂ ਨਾਲ ਦਰਸ਼ਨ ਕਰਨਾ ਸੀ ਵਾਹਿਗੁਰੂ ਦਾ। ਅੱਖਾਂ ਲੈ ਲਈਆਂ, ਮਤਲਬ ਅੱਖਾਂ ਕੱਢ ਦਿੱਤੀਆਂ। ਅੱਖਾਂ ਤੋਂ ਅੰਨਾ ਜਿਸ ਨੇ ਕੀਤਾ, ਉਹ ਸੱਚਾ ਅਕਾਲ ਪੁਰਖ ਹੀ ਐਸੀਆਂ ਅੱਖਾਂ ਦਵੇ ਜਿਨ੍ਹਾਂ ਨਾਲ ਵਾਹਿਗੁਰੂ ਦਾ ਦਰਸ਼ਨ ਹੁੰਦਾ ਹੈ। ਮਤਲਬ ਮੁਨੱਸਰ ਨਿਰਭਰ ਪਰਮਾਤਮਾ 'ਤੇ ਹੈ। ਹਜ਼ੂਰ ਚਰਨ ਫੜਾ ਰਹੇ ਨੇ ਵਾਹਿਗੁਰੂ ਦੇ, ਅੰਦਰ ਭਾਵਨਾ ਬਣਾ ਰਹੇ ਨੇ ਵੀ ਆਪਣੇ ਕਰਮ 'ਤੇ ਟੇਕ ਨਾ ਰੱਖਣੀ, ਬਖਸ਼ਿਸ਼ 'ਤੇ ਟੇਕ ਰੱਖਣੀ। ਮਨੋ ਤਨੋ ਹੋ ਕੇ ਵਾਹਿਗੁਰੂ ਦੀ ਸ਼ਰਨ 'ਚ ਪੈ ਕੇ ਰਹਿਣਾ, ਵੀ ਜਦੋਂ ਮਹਾਰਾਜ ਨੇਤਰ ਬਖਸ਼ਣਗੇ ਉਦੋਂ ਦਰਸ਼ਨ ਹੋਣਗੇ। ਜਦੋਂ ਉਹ ਅੰਦਰਲੇ ਕੰਨ ਬਖਸ਼ਣਗੇ ਜਿਨ੍ਹਾਂ ਨਾਲ ਵਾਹਿਗੁਰੂ ਦਾ ਜਸ ਸੁਣਿਆ ਜਾਂਦਾ, ਫਿਰ ਹੀ ਸੁਣਿਆ ਜਾ ਸਕਦਾ। ਜੋ ਕੁਛ ਸਾਨੂੰ ਪ੍ਰਾਪਤ ਹੈ ਵਾਹਿਗੁਰੂ ਦਾ ਬਖਸ਼ਿਆ ਹੋਇਆ। ਜੋ ਕੁਝ ਪ੍ਰਾਪਤ ਹੈ ਖੋ ਵੀ ਸਕਦਾ, ਜੋ ਨਹੀਂ ਪ੍ਰਾਪਤ ਉਹ ਪ੍ਰਾਪਤ ਹੋ ਵੀ ਸਕਦਾ। ਵਾਹਿਗੁਰੂ ਜਦੋਂ ਮਰਜ਼ੀ ਬਖਸ਼ ਸਕਦਾ ਹੈ। ਪੌੜੀ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾ ਰਹੇ ਨੇ, ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ। ਹਰੀ ਪ੍ਰਮਾਤਮਾ ਇੱਕ ਹੀ ਸੀ ਪਹਿਲਾਂ, ਹੁਣ ਵੀ ਕਰਤਾ ਅਕਾਲ ਪੁਰਖ ਇੱਕੋ ਹੀ ਹੈ ਜਿਹਨੇ ਸ੍ਰਿਸ਼ਟੀ ਸਾਜੀ ਹੈ। ਇੱਕੋ ਦੀਵਾਨ ਹਰ, ਇੱਕੋ ਹਰੀ ਪ੍ਰਮਾਤਮਾ ਦਾ ਅੱਗੇ ਨੂੰ ਵੀ ਆਸਰਾ ਹੋਵੇਗਾ। ਹਰੀ ਇੱਕੋ ਹੀ ਆ, ਕਰਤਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਇੱਕ ਹੀ ਹੈ। ਇੱਕੋ ਦੀਵਾਨ ਹਰ, ਹਰੀ ਪ੍ਰਮਾਤਮਾ ਇੱਕ ਹੀ ਹੈ ਦਰਬਾਰ ਵਾਲਾ, ਜਾਂ ਹਰੀ ਇੱਕ ਦਾ ਹੀ ਦਰਬਾਰ ਹੈ ਜਿੱਥੇ ਜੀਆਂ ਦਾ ਲੇਖਾ ਜੋਖਾ ਹੁੰਦਾ। ਦੀਵਾਨ ਦਰਬਾਰ ਤੇ ਦੀਵਾਨ ਆਸਰਾ, ਇੱਕੋ ਹੀ ਸਾਡਾ ਹਰੀ ਪ੍ਰਮਾਤਮਾ ਹੀ ਦੀਵਾਨ ਆਸਰਾ ਹੈ। ਹਰ ਇੱਕ ਸਹਿ ਦਾ ਹੈ ਅਮਰ। ਇੱਕੋ ਹਰੀ ਪ੍ਰਮਾਤਮਾ ਅਕਾਲ ਪੁਰਖ ਦਾ ਅਮਰ ਦਾ ਮਤਲਬ ਹੈ ਫੁਰਮਾਨ ਜਾਰੀ ਹੋਇਆ ਸੰਸਾਰ ਵਿੱਚ, ਉਸੇ ਦੇ ਹੁਕਮ ਮੁਤਾਬਕ ਸਭ ਕੁਝ ਚੱਲ ਰਿਹਾ। ਇੱਕੋ ਹਰ ਚਿੱਤ ਧਰ, ਇਸ ਕਰਕੇ ਇਹ ਜੀਵ ਇੱਕੋ ਹਰੀ ਪ੍ਰਮਾਤਮਾ ਨੂੰ ਤੂੰ ਚਿੱਤ ਵਿੱਚ ਚੇਤੇ ਧਾਰਨ ਕਰ, ਚਿੱਤ ਵਿੱਚ ਚੇਤੇ ਕਰ। ਆਪਣੇ ਚਿੱਤ ਅੰਦਰ ਪ੍ਰਮਾਤਮਾ ਨੂੰ ਟਿਕਾ, ਧਰ ਦਾ ਅਰਥ ਰੱਖ। ਇੱਕੋ ਵਾਹਿਗੁਰੂ ਨੂੰ ਚਿੱਤ ਵਿੱਚ ਚੇਤੇ ਰੱਖ। ਹਰ ਤਿਸ ਬਿਨ ਕੋਈ ਨਾ ਹੈ, ਤਿਸ ਹਰੀ ਪ੍ਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਸਮਰੱਥਾਵਾਨ ਨਹੀਂ। ਹੋਰ ਕੋਈ ਐਸਾ ਨਹੀਂ ਜਿਹਦੇ ਹੱਥ ਵਿੱਚ ਕਲਾ ਹੋਵੇ, ਉਸ ਵਾਹਿਗੁਰੂ ਤੋਂ ਬਗੈਰ ਦੂਜਾ ਹੈ ਵੀ ਕੋਈ ਨਹੀਂ। ਡਰ ਭਰਮ ਭਉ ਦੂਰ ਕਰ, ਡਰ ਇਸ ਦੁਨੀਆ ਦਾ, ਭਉ ਪਰਲੋਕ ਦਾ, ਤੇ ਭਰਮ ਭ੍ਰਾਂਤੀ ਭਟਕਣਾ ਦੂਰ ਕਰ। ਵਾਹਿਗੁਰੂ ਪ੍ਰਮਾਤਮਾ ਦੀ ਸ਼ਰਨ ਪਿਆਰੋ, ਵਾਹਿਗੁਰੂ ਨੂੰ ਚਿੱਤ ਵਿੱਚ ਚੇਤੇ ਰੱਖ ਤੇ ਸਾਰੇ ਡਰ ਦੂਰ ਕਰ ਦੇ। ਭਰਮ ਭਟਕਣਾ, ਭ੍ਰਾਂਤੀ, ਜੀਆਂ ਵਿੱਚ ਫਰਕ ਸਮਝਣਾ, ਇਹ ਦੂਰ ਕਰ। ਤੇ ਪ੍ਰਲੋਕ ਦਾ ਡਰ ਵੀ, ਯਮਾਂ ਦਾ ਡਰ ਵੀ ਦੂਰ ਕਰ ਲਾ। ਹਰ ਤਿਸੈ ਨੂੰ ਸਲਾਹੇ, ਜੇ ਤੁਧ ਰੱਖੈ ਬਾਹਰ ਘਰ। ਤਿਸ ਹਰੀ ਪ੍ਰਮਾਤਮਾ ਦੀ ਹੀ ਸਲੋਤਾ ਕਰ, ਵਾਹਿਗੁਰੂ ਦੀ ਸਿਫਤੋ ਸਿਫਾਤ ਕਰ, ਵਾਹਿਗੁਰੂ ਦੀ ਹੀ ਵਡਿਆਈ ਕਰਿਆ ਕਰ। ਜੇ ਜਿਹੜਾ ਤੁਧ ਤੁਹਾਨੂੰ ਤੈਨੂੰ ਰੱਖਦਾ ਹੈ ਬਾਹਰ ਤੇ ਘਰ ਵਿੱਚ, ਘਰ ਵਿੱਚ ਵੀ ਜਿਹੜਾ ਰੱਖਿਆ ਕਰਨ ਵਾਲਾ ਤੇ ਘਰੋਂ ਬਾਹਰ ਗਿਆ ਵੀ ਜਿਹੜਾ ਰੱਖਿਆ ਕਰਨ ਵਾਲਾ, ਬਾਹਰੀ ਤੌਰ 'ਤੇ ਸਰੀਰਕ ਤੌਰ 'ਤੇ ਵੀ ਰੱਖਿਆ ਕਰਨ ਵਾਲਾ, ਤੇ ਘਰ ਤੇਰੇ ਹਿਰਦੇ ਵਿੱਚ ਵੀ ਵਿਕਾਰਾਂ ਤੋਂ ਰੱਖਿਆ ਕਰਨ ਵਾਲਾ ਜੋ ਵਾਹਿਗੁਰੂ ਹੈ, ਉਸੇ ਨੂੰ ਸਲਾਹਿਆ ਕਰ। ਹਰ ਜਿਸਨੂੰ ਹੋਏ ਦਇਆਲ, ਸੋ ਹਰ ਜਪ ਭਉ ਬਿਖਮ ਤਰ। ਹਰੀ ਪ੍ਰਮਾਤਮਾ ਜਿਸ ਜੀਵ ਦੇ ਉੱਪਰ ਦਇਆਲੂ ਹੋ ਜਾਂਦਾ ਹੈ, ਸੋ ਉਹ ਜੀਵ ਹਰੀ ਪ੍ਰਮਾਤਮਾ ਨੂੰ ਜਪ ਜਪ ਕੇ ਜਿਹੜਾ ਸੰਸਾਰ ਬੜਾ ਬਿਖਮ ਹੈ ਤਰਨਾ, ਜਿਸ ਤੋਂ ਤਰਨਾ ਬੜਾ ਕਠਿਨ ਹੈ, ਤੇ ਭਉ ਡਰ ਦਾ ਰੂਪ ਹੈ, ਤਾਂ ਹੀ ਇਹਨੂੰ ਭਉਜਲ ਜਾਂ ਭਵਜਲ ਕਿਹਾ ਜਾਂਦਾ। ਇਹ ਭਉਜਲ ਜਗਤ ਸੰਸਾਰ ਹੈ, ਇਹ ਭਉ ਦਾ ਰੂਪ ਹੈ ਜਿੱਥੇ ਜੰਮਣ ਮਰਨ ਦਾ ਡਰ ਤੇ ਸਦਾ ਹੀ ਬਣਿਆ ਰਹਿੰਦਾ।
ਹੋਰ ਵੀ ਅਨੇਕਾਂ ਡਰ ਨੇ। ਇਹ ਡਰਾਂ ਦਾ ਰੂਪ ਹੈ। ਸੰਸਾਰ ਸੰਸਿਆਂ ਦਾ ਘਰ, ਜਿਸ ਤੋਂ ਤਰਨਾ ਬੜਾ ਬਿਖਮ ਹੈ, ਕਠਨ ਹੈ, ਅਖਿਆਈ ਨਾਲ ਤਰਿਆ ਜਾਂਦਾ ਹੈ। ਐਸੇ ਸੰਸਾਰ ਸਮੁੰਦਰ ਨੂੰ ਤਰ ਜਾਈਦਾ ਉਸ ਹਰੀ ਨੂੰ ਜਪ ਕੇ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਗਲੀ ਦੂਸਰੀ ਪੌੜੀ ਦੇ ਨਾਲ ਦੇ 2 ਸ਼ਲੋਕ ਉਚਾਰਨ ਕਰ ਰਹੇ ਨੇ। ਦਾਤੀ ਸਾਹਿਬ ਸੰਦੀਆ ਕਿਆ ਚੱਲੈ ਤਿਸ ਨਾਲ। ਹਜੂਰ ਕਹਿੰਦੇ ਨੇ ਜੋ ਕੁਛ ਵੀ ਸਾਡੇ ਤਾਈਂ ਪ੍ਰਾਪਤ ਹੈ, ਇਹ ਸਭ ਦਾਤਾਂ ਉਸ ਸਾਹਿਬ ਅਕਾਲ ਪੁਰਖ ਦੀਆਂ ਹਨ। ਹੋਰ ਚਾਹੀਦੀਆਂ ਹਨ ਤਾਂ ਕਿਆ ਚੱਲੈ ਤਿਸ ਨਾਲ। ਤਿਸ ਵਾਹਿਗੁਰੂ ਪਰਮਾਤਮਾ ਦੇ ਨਾਲ ਕੋਈ ਕਿਆ ਜ਼ੋਰ ਚੱਲ ਸਕਦਾ। ਕਿਆ ਚੱਲਦਾ ਦਾ ਮਤਲਬ ਕੀ ਜ਼ੋਰ ਚੱਲ ਸਕਦਾ ਤਿਸ ਪਰਮਾਤਮਾ ਦੇ ਨਾਲ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਚੈ ਅਰਦਾਸ। ਹਿਕਮਤ ਹੁਕਮ ਨਾ ਪਾਇਆ ਜਾਏ। ਸੋ ਇਸ ਪ੍ਰਕਾਰ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੈ ਅਰਦਾਸ। ਇਸ ਕਰਕੇ ਮੁਨੱਸਰ ਨਿਰਭਰਤਾ ਉਹਦੀ ਬਖਸ਼ਿਸ਼ ਉੱਪਰੀ ਹੈ। ਦਾਤਾਂ ਸਾਹਿਬ ਅਕਾਲ ਪੁਰਖ ਸਾਹਿਬ ਦੀਆਂ ਸੰਧੀਆਂ ਦੀਆਂ ਹਨ। ਸਾਹਿਬ ਦੀਆਂ ਸਭ ਦਾਤਾਂ ਹਨ। ਕਿਆ ਚੱਲੈ ਤਿਸ ਨਾਲ, ਤਿਸ ਦੇ ਨਾਲ ਕੀ ਕਿਸੇ ਦਾ ਜ਼ੋਰ ਚੱਲ ਸਕਦਾ। ਇੱਕ ਜਾਗੰਦੇ ਨਾ ਲਹਨ। ਇੱਕ ਤਾਂ ਵੇਖੋ ਜਾਗਦੇ ਹੀ ਮਨੁੱਖ ਨਹੀਂ ਪ੍ਰਾਪਤ ਕਰਦੇ ਹਨ ਦਾਤਾਂ ਨੂੰ। ਇੱਕ ਨਾ ਸੁੱਤਿਆਂ ਦੇ ਉਠਾਲ। ਜਾਗਣ ਤੋਂ ਭਾਵ ਹੈ ਇੱਥੇ ਭਈ ਜੀ ਜਿਨ੍ਹਾਂ ਨੂੰ ਬੜੀ ਸਿੱਖਿਆ ਪ੍ਰਾਪਤ ਹੋ ਰਹੀ ਹੈ, ਉਪਦੇਸ਼ ਵਾਸਤੇ ਇੰਤਜ਼ਾਮ ਹੈ, ਬੜਾ ਕੁਝ ਸੁਣਦੇ ਨੇ, ਬੜਾ ਕੁਝ ਗਿਆਨ ਪ੍ਰਾਪਤ ਹੈ, ਬੜਾ ਕੁਝ ਪੜ੍ਹਿਆ ਹੋਇਆ, ਫਿਰ ਵੀ ਕਹਿੰਦੇ ਉਹ ਪਾਤਰ ਨਹੀਂ ਬਣੇ ਅਤੇ ਵਾਹਿਗੁਰੂ ਦੇ ਪਾਸੋਂ ਜਾਗਣ ਦੇ ਬਾਵਜੂਦ ਵੀ ਨਹੀਂ ਪ੍ਰਾਪਤ ਕਰ ਸਕਦੇ। ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਭਾਵੇਂ ਸੁੱਤੇ ਹੋਏ ਨੇ ਜੀਵ, ਸੰਸਾਰੀ ਨੇ, ਪਰਮਾਰਥ ਗਿਆਨ ਕੁਛ ਨਹੀਂ, ਕੁਝ ਪੜ੍ਹਿਆ ਨਹੀਂ, ਕੁਝ ਸੁਣਿਆ ਨਹੀਂ, ਮਾਨੋ ਸੁੱਤਿਆਂ ਵਰਗੇ ਨੇ, ਜਿਵੇਂ ਸੁੱਤੇ ਜੀਵ ਹੋਣ। ਅਤੇ ਵਾਹਿਗੁਰੂ ਜਦੋਂ ਬਖਸ਼ਿਸ਼ ਕਰਨ 'ਤੇ ਆਉਂਦਾ ਅਤੇ ਸੁੱਤਿਆਂ ਨੂੰ ਉਠਾਲ ਕੇ ਦਾਤ ਬਖਸ਼ਦਾ। ਇਹ ਸਾਹਿਬ ਦੇ ਆਪਣੇ ਹੱਥ ਵਿੱਚ ਦਾਤਾਂ ਹਨ। ਇਸ ਕਰਕੇ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਆਪਣੇ ਕਿਸੇ ਕਰਮ ਦੀ ਟੇਕ ਨਹੀਂ ਲੈਣੀ ਚਾਹੀਦੀ। ਆਪਣੇ ਕਿਸੇ ਕਰਮ ਦਾ ਮਾਣ ਗੁਮਾਨ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਮਤਲਬ ਹੈ ਹਜ਼ੂਰ ਦਾ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਅਗਲਾ ਸ਼ਲੋਕ ਉਚਾਰਦੇ ਨੇ। ਸਤਿਗੁਰੂ ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ ਵੀ ਜਿਹੜੇ ਜਗਿਆਸੂ ਲੋਕ ਨੇ, ਰੱਬ 'ਤੇ ਵਿਸ਼ਵਾਸ ਰੱਖਣ ਵਾਲੇ ਆਸਤਕ ਨੇ, ਉਹਨਾਂ ਨੂੰ ਕਿਹੜੇ ਗੁਣ ਧਾਰਨ ਕਰਨੇ ਚਾਹੀਦੇ ਨੇ, ਅਤੇ ਸੰਤ ਲੋਕਾਂ ਨੂੰ ਕੀ ਗੁਣ ਧਾਰਨ ਕਰਨੇ ਚਾਹੀਦੇ ਨੇ, ਅਤੇ ਕਿਸ ਤਰ੍ਹਾਂ ਵਾਹਿਗੁਰੂ ਦਾ ਦਰਸ਼ਨ ਹੁੰਦਾ, ਤਾਂ ਹਜ਼ੂਰ ਦੱਸ ਰਹੇ ਨੇ। ਸਿਦਕ ਸਬੂਰੀ ਸਾਧਕਾ। ਸਾਧਕ ਲੋਕ ਪਰਮਾਤਮਾ 'ਤੇ ਨਿਸ਼ਚਾ ਕਰਨ ਵਾਲੇ, ਵਾਹਿਗੁਰੂ 'ਤੇ ਸਿਦਕ ਰੱਖਣ ਵਾਲੇ, ਭਰੋਸਾ ਰੱਖਣ ਵਾਲੇ। ਸਿਦਕ ਸਬੂਰੀ, ਉਹਨਾਂ ਨੂੰ ਆਪਣਾ ਸਿਦਕ ਈਮਾਨ ਡਲਾਉਣਾ ਨਹੀਂ ਚਾਹੀਦਾ। ਵਾਹਿਗੁਰੂ 'ਤੇ ਸਿਦਕ ਕਾਇਮ ਰੱਖਣਾ ਚਾਹੀਦਾ, ਸ਼ਰਧਾ ਪਾ। ਸਬੂਰੀ ਦਾ ਅਰਥ ਹੈ ਸੰਤੋਖ। ਸਬਰ ਬੜਾ ਜ਼ਰੂਰੀ ਹੈ। ਭਾਵ ਸਬਰ ਰੱਖ ਕੇ ਲੰਮਾ ਸਮਾਂ ਪਰਮਾਤਮਾ ਨੂੰ ਜਪੀ ਜਾਣਾ, ਆਰਾਧੀ ਜਾਣਾ, ਸਬਰ ਵਿੱਚ ਰਹਿਣਾ ਕਿ ਜਦੋਂ ਮਾਲਕ ਤੁਠੇਗਾ, ਉਹਦੀ ਜਦੋਂ ਮਰਜ਼ੀ ਹੋਵੇਗੀ ਉਹ ਬਖਸ਼ਿਸ਼ ਕਰੇਗਾ। ਜੋ ਕੁਝ ਪ੍ਰਾਪਤ ਹੈ ਉਹਦੇ ਵਿੱਚ ਸੰਤੁਸ਼ਟ ਰਹਿਣਾ। ਸਿਦਕ ਸਬੂਰੀ ਸਾਧਕਾ। ਸਾਧਕ ਜਗਿਆਸੂ ਨਿਸ਼ਚੇ ਵਾਲੇ ਲੋਕ, ਉਹਨਾਂ ਵਾਸਤੇ ਸਿਦਕ, ਸ਼ਰਧਾ, ਭਰੋਸਾ ਅਤੇ ਸਬੂਰੀ ਸੰਤੋਖ ਰੱਖਣਾ ਜ਼ਰੂਰੀ ਹੈ। ਸਬਰ ਤੋਸਾ ਮਲਾਇਕਾਂ। ਮਲਾਇਕ ਸ਼ਬਦ ਦਾ ਅਰਥ ਜੋ ਵਿਦਵਾਨਾਂ ਕੀਤਾ ਦੇਵਤਾ ਜਾਂ ਫਰਿਸ਼ਤਾ। ਇਹ ਧੁਨੀ ਦਾ ਅਰਥ ਇਹਦੇ 'ਚੋਂ ਨਿਕਲਦਾ ਸੰਤ ਲੋਕ। ਜਿਹੜੇ ਸੰਤ ਲੋਕ ਨੇ ਉਹਨਾਂ ਵਾਸਤੇ ਸਬਰ, ਇੱਕ ਸਬੂਰੀ ਵਚਨ ਆਇਆ ਪਿੱਛੇ। ਸਬਰ ਦਾ ਅਰਥ ਹੈ ਸਹਿਣਸ਼ੀਲਤਾ। ਤੋਸਾ ਦਾ ਅਰਥ ਹੈ ਰਾਹ ਦਾ ਖਰਚ। ਉਹਨਾਂ ਦਾ ਖੁਰਾਕ, ਉਹਨਾਂ ਦੀ ਸਬਰ ਹੋਣੀ ਚਾਹੀਦੀ ਹੈ। ਜਿਨ੍ਹਾਂ ਮਲਾਇਕਾਂ ਸੰਤ ਲੋਕਾਂ ਨੇ ਸਬਰ ਦਾ ਤੋਸਾ ਗ੍ਰਹਿਣ ਕੀਤਾ ਹੈ, ਪਰਮਾਰਥ ਦੇ ਰਾਹ 'ਤੇ ਚੱਲਣ ਲਈ ਖਰਚ ਪੱਲੇ ਬੰਨ੍ਹ ਲਿਆ ਸਬਰ ਦਾ, ਸਹਿਣਸ਼ੀਲਤਾ ਦਾ। ਦੀਦਾਰ ਪੂਰੇ ਪਾਇਸਾ। ਐਸੇ ਲੋਕ ਪੂਰਨ ਪਰਮਾਤਮਾ ਦਾ ਦੀਦਾਰ ਦਰਸ਼ਨ ਪ੍ਰਾਪਤ ਕਰਦੇ ਨੇ। ਥਾਓ ਨਾ ਹੀ ਖਾਇਕਾ। ਖਾਇਕ ਸ਼ਬਦ ਦਾ ਉਂਝ ਅਰਥ ਹੈ ਮੂਰਖ, ਵੈਸੇ ਇੰਝ ਵੀ ਅਰਥ ਕੀਤਾ ਹੈ ਨਿਰੀਆਂ ਗੱਲਾਂ ਕਰਨ ਵਾਲੇ। ਸਿਦਕ ਨਹੀਂ, ਸਬੂਰੀ ਨਹੀਂ, ਸਬਰ ਨਹੀਂ, ਉਹਨਾਂ ਨੂੰ ਦਰਸ਼ਨ ਨਹੀਂ ਹੋਵੇਗਾ। ਉਹਨਾਂ ਖਾਇਕਾ ਨਿਰੀਆਂ ਗੱਲਾਂ ਕਰਨ ਵਾਲੇ ਅਥਵਾ ਮੂਰਖਾਂ ਵਾਸਤੇ ਕੋਈ ਥਾਂ ਨਹੀਂ। ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ 'ਚ ਟਿਕਾਣਾ ਨਹੀਂ ਹੈ। ਥਾਂ ਦਿੱਤਾ ਕੋਈ ਨਹੀਂ, ਠੌਰ ਨਹੀਂ ਉਹਨਾਂ ਨੂੰ ਮਿਲਦੀ।
ਭਾਵੋ ਪ੍ਰਵਾਨ ਨਹੀਂ ਚੜ੍ਹਦੇ। ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਦੂਸਰੀ ਪੌੜੀ ਵਿੱਚ ਉਪਦੇਸ਼ ਦੇ ਰਹੇ ਨੇ, ਸਭ ਆਪੇ ਤੁਧ ਉਪਾਏ ਕੈ ਆਪ ਕਾਰੈ ਲਾਈ। ਵਾਹਿਗੁਰੂ ਦੇ ਸਨਮੁਖ ਬਚਨ ਹੈ, ਵਾਹਿਗੁਰੂ ਜੀ ਸਭ ਸਾਰੀ ਸ੍ਰਿਸ਼ਟੀ ਕੁਦਰਤ ਜੀਵ ਜੰਤ ਆਪ ਹੀ ਤੁਧ ਉਪਾਏ ਕੈ ਰਚ ਕੇ, ਇਹਨਾਂ ਸਾਰਿਆਂ ਦੀ ਰਚਨਾ ਰਚ ਕੇ ਆਪ ਕਾਰੈ ਲਾਈ। ਸਾਰੀ ਸ੍ਰਿਸ਼ਟੀ ਸਾਰੀ ਕੁਦਰਤ ਦੁਨੀਆ ਸਭ ਤੱਤ ਆਪ ਕਾਰ ਵਿੱਚ ਲਾਏ ਨੇ। ਜਿਵੇਂ ਬਚਨ ਭੈ ਵਿੱਚ ਪਵਨ ਵਹਿ ਸਦਵਾਓ, ਰੱਬ ਦੇ ਭੈ ਵਿੱਚ ਹੀ ਹਵਾ ਚੱਲ ਰਹੀ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਇਹ ਸਾਰਾ ਕੁਛ ਤੱਤ ਵੀ ਪ੍ਰਮਾਤਮਾ ਦੇ ਭੈ ਅੰਦਰ ਨੇ, ਹੁਕਮ ਦੇ ਅੰਦਰ ਚੱਲ ਰਹੇ ਨੇ। ਇਸ ਤਰ੍ਹਾਂ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਜੀ ਜੰਤ ਸਭ ਕਾਰ ਕੰਮਾਂ ਧੰਦਿਆਂ 'ਚ ਲਾਏ ਹੋਏ ਨੇ। ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਹੇ ਵਾਹਿਗੁਰੂ ਇਹ ਸਾਰਾ ਜਗਤ ਜੋ ਰਚਨਾ ਹੋਈ ਹੈ ਤੁਹਾਡੀ ਵਡਿਆਈ ਹੈ। ਆਪਣੀ ਵਡਿਆਈ ਨੂੰ ਵੇਖ ਵੇਖ ਕੇ ਤੁਸੀਂ ਆਪ ਹੀ ਵਿਗਸਦੇ ਪ੍ਰਸੰਨ ਚਿਤ ਹੋ ਰਹੇ ਹੋ। ਆਪਣੀ ਰਚੀ ਰਚਨਾ ਨੂੰ ਵੇਖ ਕੇ, ਵੇਖਣ ਦਾ ਅਰਥ ਇੱਥੇ ਸਾਂਭ ਸੰਭਾਲ ਕਰਨਾ ਵੀ ਹੈ। ਤੁਸੀਂ ਆਪ ਹੀ ਇਸ ਸ੍ਰਿਸ਼ਟੀ ਨੂੰ ਸਾਂਭਦੇ ਹੋ ਅਤੇ ਫਿਰ ਵਿਗਸਦੇ ਵੀ ਆਪ ਹੋ। ਇਹ ਤੁਹਾਡੀ ਆਪਣੀ ਸਾਰੀ ਵਡਿਆਈ ਹੈ। ਹਰ ਤੁਧੋਂ ਬਾਹਰ ਕਿਛ ਨਾਹੀਂ ਤੂੰ ਸੱਚਾ ਸਾਈਂ। ਹੇ ਹਰੀ ਵਾਹਿਗੁਰੂ ਜੀ ਤੁਹਾਡੇ ਤੋਂ ਬਾਹਰਾ ਬਗੈਰ ਕੁਛ ਵੀ ਨਹੀਂ ਹੈ। ਤੁਸੀਂ ਮਹਾਰਾਜ ਸੱਚੇ ਸੱਚ ਸਰੂਪ ਸਾਈਂ ਮਾਲਕ ਹੋ ਸਾਰੇ ਸ੍ਰਿਸ਼ਟੀ ਦੇ। ਕੁਛ ਵੀ ਤੁਹਾਡੇ ਤੋਂ ਬਾਹਰ ਨਹੀਂ ਜਾ ਕੇ ਕਰ ਸਕਦਾ। ਕੋਈ ਸ਼ਰੀਕ ਨਹੀਂ ਤੁਹਾਡਾ ਵੀ ਉਹਦੇ 'ਚ ਸਮਰੱਥਾ ਹੋਵੇ ਉਹ ਆਪਣੀ ਮਰਜ਼ੀ ਨਾਲ ਕੁਛ ਕਰ ਸਕੇ। ਤੁਹਾਡੇ ਤੋਂ ਬਾਹਰ ਕੁਛ ਵੀ ਨਹੀਂ ਹੈ। ਤੂੰ ਆਪੇ ਆਪ ਵਰਤਦਾ ਸਭ ਨੇ ਹੀ ਥਾਈ। ਤੂੰ ਸ਼ਬਦ ਇੱਕੋ ਇੱਕ ਦਾ ਵਾਚਕ ਬਹੁਤ ਹਮੇ ਨਾਲ ਪ੍ਰੇਮ ਨਾਲ ਕਿਹਾ ਗਿਆ, ਕਿਉਂਕਿ ਵਾਹਿਗੁਰੂ ਵਰਗਾ ਹੋਰ ਦੂਜਾ ਹੈ ਹੀ ਕੋਈ ਨਹੀਂ। ਸਤਿਗੁਰਾਂ ਨੇ ਬਹੁ ਵਚਨ ਵੀ ਵਰਤਿਆ, ਵਾਹਿਗੁਰੂ ਵਾਸਤੇ ਇੱਕ ਵਚਨ ਵੀ ਵਰਤਿਆ। ਹੇ ਵਾਹਿਗੁਰੂ ਜੀ ਤੁਸੀਂ ਆਪ ਹੀ ਆਪ ਵਰਤਦੇ ਪਏ ਹੋ ਸਾਰੀ ਸ੍ਰਿਸ਼ਟੀ 'ਚ ਸਾਰੀਆਂ ਥਾਵਾਂ 'ਤੇ। ਆਪਣੇ ਆਪ ਤੋਂ ਆਪ ਰੂਪ ਹੋ ਅਤੇ ਸਭਨਾਂ ਥਾਵਾਂ 'ਚ ਤੁਸੀਂ ਹੀ ਵਰਤ ਰਹੇ ਹੋ। ਹਰ ਤਿਸਹਿ ਧਿਆਵੋ ਸੰਤ ਜਨੋ ਜੋ ਲੈ ਛੜਾਈ। ਹੁਣ ਸਤਿਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਇਸ ਪੰਕਤੀ ਵਿੱਚ ਕਿ ਇਹ ਸੰਤ ਕਹਾਉਣ ਵਾਲਿਓ, ਸੰਤ ਮਾਰਗ 'ਤੇ ਚੱਲਣ ਵਾਲਿਓ, ਰੱਬ ਦੇ ਸੇਵਕ ਜਨੋ ਭਗਤੋ, ਉਸ ਹਰੀ ਪਰਮਾਤਮਾ ਦਾ ਹੀ ਧਿਆਨ ਧਰੋ, ਉਸੇ ਦਾ ਅਰਾਧਨ ਕਰੋ, ਉਸੇ ਦਾ ਸਿਮਰਨ ਕਰੋ ਜੋ ਲੈ ਛਡਾਈ, ਜਿਹੜਾ ਵਕਾਰਾਂ ਤੋਂ ਛਡਾਉਣ ਵਾਲਾ, ਜਿਹੜਾ ਦੁਸ਼ਮਣਾਂ ਤੋਂ ਬਚਾਉਣ ਵਾਲਾ, ਜਿਹੜਾ ਅੰਤ ਵੇਲੇ ਪ੍ਰਲੋਕ ਵਿੱਚ ਜਮਾਂ ਤੋਂ ਛਡਾਉਣ ਵਾਲਾ, ਹਰ ਥਾਂ ਰੱਖਿਆ ਕਰਨ ਵਾਲਾ ਜੋ ਹੈ ਪਰਮਾਤਮਾ, ਜੋ ਛਡਾ ਲੈਂਦਾ ਸਾਨੂੰ ਸਭ ਪਾਸਿਆਂ ਦੁੱਖਾਂ ਤਕਲੀਫਾਂ ਤੋਂ, ਉਸੇ ਦਾ ਆਰਾਧਨ ਕਰੋ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਜੀ ਅੱਗੇ ਸ਼ਲੋਕ ਉਚਾਰਨ ਕਰਦੇ ਹਨ। ਫੱਕੜ ਜਾਤੀ ਫੱਕੜ ਨਾਉ। ਆਮ ਤੌਰ 'ਤੇ ਲੋਕ ਜਾਤੀ ਅਭਿਮਾਨ ਬੜਾ ਕਰਦੇ ਸਨ ਉਦੋਂ ਵੀ ਅਤੇ ਹੁਣ ਵੀ ਕਰਦੇ ਨੇ। ਸਤਿਗੁਰੂ ਮਹਾਰਾਜ ਨੇ ਕਿਹਾ ਜਾਤ ਕਾ ਗਰਬ ਨਾ ਕਰੀਓ ਕੋਈ, ਬ੍ਰਹਮ ਬਿੰਦ ਤੇ ਸਭ ਓਪਤ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲੈ ਬਹੁਤ ਵਿਕਾਰਾ। ਜਾਤ ਜਨਮ ਨਹਿ ਪੂਛੀਐ ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਫੱਕੜ ਜਾਤੀ ਫੱਕੜ ਨਾਉ। ਫੱਕੜ ਦਾ ਅਰਥ ਹੈ ਵਿਅਰਥ। ਜਾਤੀ ਅਭਿਮਾਨ ਕਰਨਾ ਵਿਅਰਥ ਹੈ। ਅਤੇ ਦੂਸਰਾ ਫੱਕੜ ਸ਼ਬਦ ਦਾ ਅਰਥ ਹੈ ਖੁਆਰ। ਜਾਤੀ ਅਭਿਮਾਨ ਕਰਨਾ ਇਹ ਖੁਆਰ ਹੋਣ ਵਾਲਾ ਰਸਤਾ ਹੈ। ਫੱਕੜ ਨਾਉ। ਅਤੇ ਜਿਹੜਾ ਆਪਣਾ ਨਾਮ ਵੱਡਾ ਕਰਨ ਦਾ ਯਤਨ ਕਰਦਾ ਮਨੁੱਖ, ਮੈਂ ਦੁਨੀਆ 'ਚ ਪ੍ਰਸਿੱਧ ਹੋਵਾਂ, ਮਸ਼ਹੂਰ ਹੋਵਾਂ, ਨਾਮਣਾ ਖੱਟਣਾ ਚਾਹੁੰਦਾ, ਇਹ ਆਪਣਾ ਵੱਡਾ ਨਾਮ ਰਖਾਉਣ ਦੀ ਇੱਛਾ ਵੀ ਫੱਕੜ ਵਿਅਰਥ ਹੈ। ਅਸੀਂ ਆਪਣਾ ਨਾਮ ਵੱਡਾ ਰਖਾ ਕੇ ਕੀ ਕਰ ਲਵਾਂਗੇ? ਆਖਰ ਤਾਂ ਇਸ ਦੁਨੀਆ ਦੇ ਤਖਤੇ ਤੋਂ ਮਿਟ ਜਾਣਾ, ਸਾਰੀ ਸਾਡੀ ਹੋਂਦ ਨਹੀਂ ਖਤਮ ਹੋ ਜਾਣੀ, ਨਹੀਂ ਰਹਿਣੀ। ਫਿਰ ਇਹ ਵੱਡਾ ਕਹਾਉਣ ਦਾ ਮਨੋਰਥ ਗਲਤ ਹੈ। ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਗਿਆ। ਸਭਨਾ ਜੀਆਂ ਇੱਕਾ ਛਾਉ। ਸਾਰਿਆਂ ਜੀਆਂ ਦੇ ਉੱਪਰ ਇੱਕ ਪਰਮਾਤਮਾ ਦੀ ਹੀ ਛਾਉ ਹੈ। ਸਾਰਿਆਂ ਜੀਆਂ ਵਿੱਚ, ਸਾਰਿਆਂ ਜੀਆਂ ਦੀ ਇੱਕ ਨੁਹਾਰ ਦਾ ਮਤਲਬ ਹੈ, ਅਰਥ ਵਿਦਵਾਨਾਂ ਦਾ ਕੀਤਾ ਵੀ ਇੱਕ ਆਤਮਾ ਹੀ ਹੈ ਸਾਰਿਆਂ ਦੀ। ਸਭਨਾ ਜੀਆਂ ਵਿੱਚ ਇੱਕ ਹੀ
ਪਰਛਾਈ ਹੈ ਵਾਹਿਗੁਰੂ ਦੀ ਆਤਮਾ ਜਾਨੀ। ਆਪੋ ਜੇ ਕੋ ਭਲਾ ਕਹਾਏ, ਆਪਣੇ ਆਪ ਵਿੱਚ ਜੇ ਕੋਈ ਆਪਣੇ ਆਪ ਨੂੰ ਭਲਾ ਕਹਾਏ, ਆਪਣੇ ਆਪ ਨੂੰ ਭਲਾ ਕਹਿੰਦਾ ਹੈ ਜਾਂ ਦੁਨੀਆ ਤੋਂ ਆਪਣੇ ਆਪ ਨੂੰ ਭਲਾ ਕਹਾ ਵੀ ਲਵੇ, ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਉਹ ਕਹਿਣ ਮਾਤਰ ਨੂੰ ਦੁਨੀਆ ਮੂੰਹ ਤੇ ਭਲਾ ਕਹਿੰਦੀ ਹੋਵੇਗੀ ਜਾਂ ਆਪ ਯਤਨ ਕਰਕੇ ਚੰਗਾ ਚੰਗਾ ਕਹਾਉਂਦਾ ਹੋਵੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਸਲ ਭਲਾ ਤਾਂ ਜਾਣਿਆ ਜਾਂਦਾ, ਨਾਨਕ ਤਾਂ ਪਰ ਜਾਪੈ, ਪਰ ਵਿਸ਼ੇਸ਼ ਕਰਕੇ ਚੰਗੀ ਤਰ੍ਹਾਂ ਜਾਪੈ ਪ੍ਰਗਟ ਹੁੰਦਾ ਤਾਂ ਉਹ ਭਲਾ ਜਾਂ ਪਤ ਲਿਖਿਆ ਪਾਏ। ਜਦੋਂ ਵਾਹਿਗੁਰੂ ਪ੍ਰਮਾਤਮਾ ਉਹਦੀ ਪਤ ਇੱਜ਼ਤ ਲੇਖੇ 'ਚ ਪਾਉਂਦਾ, ਭਾਵ ਕਿ ਵਾਹਿਗੁਰੂ ਦੇ ਦਰ 'ਤੇ ਜਦੋਂ ਪਤ ਮਿਲਦੀ ਹੈ, ਉਹਦੇ ਚੰਗੇ ਕਰਮ ਹੋਣਗੇ ਤਾਂ ਪਤ ਮਿਲੇਗੀ, ਚੰਗੀ ਭਾਵਨਾ ਅੰਦਰ ਹੋਵੇਗੀ, ਚੰਗੇ ਕਰਮ ਵੀ ਹੋਣਗੇ। ਇਹ ਨਹੀਂ ਵੀ ਲੋਕਾਂ ਸਾਹਮਣੇ ਕੋਈ ਚੰਗਾ ਕਰਮ ਕਰਕੇ ਤੇ ਫਿਰ ਗੁਪਤ ਢੰਗ ਨਾਲ ਬੁਰੇ ਕਰਮ ਕਰਦਾ ਹੋਵੇ। ਚੰਗਾ ਕੰਮ ਇੱਕ ਅੱਧਾ ਛੋਟਾ ਮੋਟਾ ਤੇ ਬੁਰੇ ਕੰਮ ਬੜੇ ਵੱਡੇ ਵੱਡੇ ਬੁਰੇ ਕਰੇ, ਤੇ ਇੰਜ ਪ੍ਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ ਚੜ੍ਹੇਗਾ। ਪਤ ਅਸਲ ਵਿੱਚ ਉੱਥੇ ਹੀ ਜਾ ਕੇ ਪਵੇ ਤੇ ਫਿਰ ਪਤਾ ਲੱਗਦਾ ਕਿ ਜੀਵ ਭਲਾ ਸੀ, ਉੱਥੇ ਦਰ 'ਤੇ ਉਹਦੀ ਪਤ ਲੇਖੇ 'ਚ ਪੈ ਜਾਏ ਤਾਂ। ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਸਲੋਕ ਹੈ, ਔਰ ਇਸ ਸਲੋਕ ਦੀ ਇਤਿਹਾਸ ਵਿੱਚ ਉਥਾਨਕਾ ਵੀ ਲਿਖੀ ਹੈ ਵੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼੍ਰੀ ਲਹਿਣਾ ਜੀ ਨੂੰ ਆਪਣੀ ਛਾਤੀ ਨਾਲ ਲਾ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਰੁਤਬਾ ਦਿੱਤਾ ਤੇ ਉਹਨਾਂ ਨੂੰ ਖਡੂਰ ਨਗਰ ਵਿੱਚ ਜਾ ਕੇ ਰਹਿਣ ਦਾ ਹੁਕਮ ਕਰ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਹੁਤ ਵਿਰਾਗ ਵਿੱਚ ਮਾਤਾ ਭਰਾਈ ਦੇ ਘਰ ਅੰਦਰ ਵੜ ਗਏ ਸੀ ਤੇ ਮਾਤਾ ਜੀ ਨੂੰ ਕਿਹਾ ਦਰਵਾਜ਼ੇ ਬੰਦ ਕਰਕੇ ਰੱਖਣਾ, ਕਿਸੇ ਨੂੰ ਦੱਸਣਾ ਨਹੀਂ। ਸੰਗਤਾਂ ਵਿਆਕੁਲ ਹੋ ਰਹੀਆਂ ਸੀ, ਗੁਰੂ ਅੰਗਦ ਸਾਹਿਬ ਜੀ ਨੂੰ ਲੱਭਦੀਆਂ ਸੀ ਸੰਗਤਾਂ। ਤਾਂ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਆਗੂ ਬਣਾਇਆ ਸੰਗਤ ਨੇ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਰ ਪ੍ਰਾਪਤ ਹੈ, ਬੁੱਢਿਆ ਤੈਥੋਂ ਕਦੇ ਓਹਲੇ ਨਾ ਹੋਸਾਂ, ਇਸ ਕਰਕੇ ਤੁਹਾਥੋਂ ਗੁਰੂ ਮਹਾਰਾਜ ਲੁਕੇ ਹੋਏ ਨਹੀਂ, ਤੁਸੀਂ ਦੱਸੋ। ਪਰ ਬਾਬਾ ਜੀ ਹੁਣ ਆਪਣੀ ਅੰਦਰਲੀ ਜਿਹੜੀ ਅੱਖ ਸੀ, ਜੋ ਅੰਦਰਲਾ ਗਿਆਨ ਸੀ, ਉਹਨੂੰ ਛੁਪਾ ਕੇ ਰੱਖਣਾ ਚਾਹੁੰਦੇ ਸੀ। ਜੁਗਤੀ ਨਾਲ ਸੰਗਤ ਨੂੰ ਨਾਲ ਲੈ ਕੇ ਕਹਿੰਦੇ ਮਾਈ ਭਰਾਈ ਨਾਲ ਬੜਾ ਪ੍ਰੇਮ ਸੀ। ਉਹਨਾਂ ਨੂੰ ਪੁੱਛਿਆ ਜਦੋਂ ਤਾਂ ਮਾਤਾ ਜੀ ਬੋਲਣ ਨਾ, ਕਿਉਂਕਿ ਝੂਠ ਨਹੀਂ ਸੀ ਬੋਲਣਾ ਤੇ ਸੱਚ ਬੋਲਣ ਤੋਂ ਮਨਾਹੀ ਸੀ, ਚੁੱਪ ਰਹੇ। ਫਿਰ ਬਾਬਾ ਬੁੱਢਾ ਜੀ ਨੇ ਅੰਦਾਜ਼ਾ ਲਾ ਲਿਆ ਵੀ ਆਹ ਜਿਹੜਾ ਕੋਠਾ ਦਰਵਾਜ਼ਾ ਦਾ ਦਰਵਾਜ਼ਾ ਬੰਦ ਹੈ। ਤਾਂ ਫਿਰ ਉਹ ਖੋਲ੍ਹਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਫੜੇ, ਸੰਗਤਾਂ ਨਤਮਸਤਕ ਹੋਈਆਂ। ਤਾਂ ਫਿਰ ਬਾਬਾ ਬੁੱਢਾ ਜੀ ਨੇ ਬੇਨਤੀ ਕਰਕੇ ਕਿ ਮਹਾਰਾਜ ਤੁਸੀਂ ਗੁਪਤ ਕਿਉਂ ਹੋ ਰਹੇ ਹੋ, ਤੁਹਾਡੇ ਸਿਰ ਜ਼ਿੰਮੇਵਾਰੀ, ਤੁਸੀਂ ਗੁਰੂ ਨਾਨਕ ਸਾਹਿਬ ਦਾ ਦੂਜਾ ਸਰੂਪ ਹੋ ਤੇ ਸੰਗਤਾਂ ਤੁਹਾਡੇ ਲੜ ਲਾਈਆਂ, ਬਖਸ਼ਿਸ਼ ਕਰੋ ਸਭ 'ਤੇ। ਤਾਂ ਉਸ ਵਕਤ ਕਹਿੰਦੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਸਲੋਕ ਉਚਾਰਨ ਕੀਤਾ। ਇਹਦੇ ਇਤਿਹਾਸ ਅਨੁਸਾਰ, ਅਥਾਨਕਾਂ ਅਨੁਸਾਰ ਵੀ ਅਰਥ ਆਪ ਜੀ ਸੁਣੋ। ਜਿਸ ਪਿਆਰੇ ਸਿਉਨੇ ਹੋ, ਗੁਰੂ ਅੰਗਦ ਸਾਹਿਬ ਕਹਿਣ ਲੱਗੇ ਜਿਸ ਪਿਆਰੇ ਸਤਿਗੁਰੂ ਨਾਨਕ ਦੇਵ ਜੀ ਨਾਲ ਨਿਓ ਹੈ, ਪ੍ਰੇਮ ਹੈ, ਤਿਸ ਆਗੈ ਮਰ ਚੱਲੀਐ। ਅਸੀਂ ਉਹਨਾਂ ਤੋਂ ਬਾਅਦ ਕਿਉਂ ਜਿਉਂਦੇ ਰਹੇ, ਉਹਨਾਂ ਤੋਂ ਅੱਗੋਂ ਪਹਿਲਾਂ ਹੀ ਮਰ ਚੱਲੀਏ, ਚਲੇ ਜਾਣਾ ਚਾਹੀਦਾ ਸੀ ਪਰਲੋਕ ਨੂੰ ਸਰੀਰ ਤਿਆਗ ਕੇ। ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਹਦੇ ਨਾਲ ਨਿਓ ਪ੍ਰੇਮ ਸੱਚਾ ਹੋਵੇ, ਉਸ ਤੋਂ ਪਿੱਛੋਂ ਰਹਿ ਕੇ ਦੁਨੀਆ 'ਤੇ ਜਿਹੜਾ ਜਿਉਣਾ ਹੈ ਉਹ ਸੰਸਾਰ ਦਾ ਜੀਵਨ ਫਿਰ ਧ੍ਰਿਗਾਕਾਰ। ਸੰਸਾਰ ਦੇ ਅੰਦਰ ਉਹ ਜੀਵਨ ਧ੍ਰਿਗ ਹੈ, ਲਾਹਣਤਯੋਗ, ਫਿਟਕਾਰਯੋਗ ਹੈ, ਨਿਕੰਮਾ ਹੈ। ਇਹਦੇ ਅੰਤਰੀਵ ਅਰਥ ਇੰਝ ਵੀ ਨੇ, ਜਿਸ ਪਿਆਰੇ ਸਿਉਨੇ ਹੋ, ਜਿਸ ਪਿਆਰੇ ਅਕਾਲ ਪੁਰਖ ਨਾਲ ਨਿਓ ਹੈ, ਗੁਰੂ ਮਹਾਰਾਜ ਨਾਲ ਨਿਓ ਹੈ, ਤਿਸ ਆਗੈ ਮਰ ਚੱਲੀਐ। ਉਸ ਗੁਰੂ ਦੇ, ਉਸ ਪਰਮੇਸ਼ਰ ਦੇ ਅੱਗੇ ਜੀਵਤ ਭਾਵ ਤੋਂ ਮਰ ਕੇ ਇਸ ਸਫ਼ਰ 'ਤੇ ਚੱਲਣਾ ਚਾਹੀਦਾ। ਜਿਹੜਾ ਮਾਰਗ ਹੈ ਨਾ ਪਰਮਾਰਥ ਦਾ, ਉਹ ਇਹ ਹੈ ਵੀ ਉਸ ਗੁਰੂ ਮਹਾਰਾਜ ਦੇ ਅੱਗੇ ਜੀਵਤ ਭਾਵ ਤੋਂ ਮਰ ਕੇ, ਜਿਵੇਂ ਗੁਰੂ ਅੰਗਦ ਸਾਹਿਬ ਜੀ ਚੱਲੇ ਤਾਂ ਹੀ ਗੁਰਿਆਈ ਮਿਲੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ, ਬੁੱਢਿਆ ਬਾਹਰ ਨਿਕਲ ਕੇ ਵੇਖ, ਰਾਤ ਕਿੰਨੀ ਬਤੀਤ ਹੋਈ, ਕਿੰਨੀ ਰਹਿੰਦੀ ਹੈ। ਬਾਬਾ ਬੁੱਢਾ ਜੀ ਨੇ ਦੱਸਿਆ ਵੀ ਅੱਧੀ ਰਾਤ ਗੁਜ਼ਰ ਗਈ, ਅੱਧੀ ਰਹਿੰਦੀ। ਕਹਿੰਦੇ ਫਿਰ ਵੇਖੋ, ਕਹਿੰਦੇ ਮਹਾਰਾਜ ਤਾਰਿਆਂ ਖਿੱਤੀਆਂ ਦੇ ਲਿਹਾਜ਼ ਨਾਲ ਅੱਧੀ ਰਾਤ ਬਾਕੀ ਰਹਿੰਦੀ ਹੈ। ਕਹਿੰਦੇ ਭਾਈ ਲਹਿਣਾ ਜੀ ਤੁਸੀਂ ਵੇਖੋ। ਉਹਨਾਂ ਵੇਖਿਆ ਤੇ ਕਹਿਣ ਲੱਗੇ ਜੀ ਜਿੰਨੀ ਕੁ ਬੁੱਧ ਤੁਸਾਂ ਬਖਸ਼ੀ ਉਹਦੇ ਅਨੁਸਾਰ ਤਾਂ ਅੱਧੀ ਰਾਤ ਅਜੇ ਬਾਕੀ ਹੈ। ਤਾਂ ਹਜ਼ੂਰ ਕਹਿੰਦੇ ਭੁਲੇਖਾ ਤੁਹਾਨੂੰ, ਸਾਡੇ ਕੱਪੜੇ ਲੈ ਜਾਓ ਰਾਵੀ ਕੰਢੇ, ਉੱਥੇ ਧੁੱਪ ਲੱਗੀ ਹੋਈ ਹੈ, ਕੱਪੜੇ ਧੋ ਕੇ ਸੁਕਾ ਕੇ ਲਿਆਓ। ਬੁੱਧੀ ਤਾਂ ਇਹ ਗੱਲ ਕਹਿੰਦੀ ਸੀ ਕਿ ਰਾਤ ਅੱਧੀ ਰਹਿੰਦੀ ਹੈ, ਪਰ ਗੁਰੂ ਮਹਾਰਾਜ ਕਹਿ ਰਹੇ ਸੀ ਕਿ ਧੁੱਪ ਲੱਗੀ ਹੋਈ ਹੈ।
ਬੁੱਧੀ ਦੇ ਆਸਰੇ ਨਹੀਂ ਕੀਤਾ ਕੰਮ। ਸ੍ਰੀ ਗੁਰੂ ਨਾਨਕ ਦੇਵ ਦੇ ਬਚਨ ਤੇ ਭਰੋਸਾ ਹੈ, ਜੋ ਕਹਿ ਰਹੇ ਨੇ ਉਹ ਹੀ ਸੱਤ ਹੋ ਸਕਦਾ, ਮੇਰੀ ਬੁੱਧੀ ਗਲਤ ਹੋ ਸਕਦੀ ਹੈ, ਮੈਨੂੰ ਮਤ ਨਹੀਂ ਐਸੀ, ਮੈਂ ਸਤਿਗੁਰੂ ਦੇ ਬਚਨਾਂ ਨੂੰ ਨਹੀਂ ਸਮਝ ਸਕਦਾ। ਤਾਂ ਕੱਪੜੇ ਚੱਕੇ, ਰਾਵੀ ਕੰਢੇ ਗਏ ਸੀ, ਧੁੱਪ ਲੱਗੀ ਹੋਈ ਸੀ, ਕੱਪੜੇ ਧੋਤੇ, ਸੁਕਾਏ, ਆ ਗਏ, ਅੱਧੀ ਰਾਤ ਫਿਰ ਬਾਕੀ ਰਹਿੰਦੀ ਸੀ। ਇਸ ਪ੍ਰਕਾਰ ਉਸ ਗੁਰੂ ਮਹਾਰਾਜ ਦੇ ਬਚਨ ਤੇ ਕਿਸੇ ਗੱਲ ਤੇ ਉਜਰ ਨਾ ਕਰੀਏ, ਉਹਦੇ ਅੱਗੇ ਮਰ ਕੇ ਚੱਲੀਏ। ਜੀਵਤ ਭਾਵ ਤੋਂ ਹੰਕਾਰ ਵੱਲੋਂ ਮਰ ਕੇ ਚੱਲਣਾ ਚਾਹੀਦਾ। ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ, ਉਸ ਤੇ ਪਿੱਛੇ ਹੋ ਕੇ ਜੀਵਨ, ਉਸ ਗੁਰੂ ਤੋਂ, ਉਸ ਅਕਾਲ ਪੁਰਖ ਤੋਂ ਪਿੱਛੇ ਹੋ ਕੇ, ਭਾਵ ਮੋਢਾ ਫੇਰ ਕੇ, ਬੇਮੁਖ ਹੋ ਕੇ ਜੋ ਜੀਵਣਾ ਹੈ, ਧ੍ਰਿਗ ਜੀਵਨ ਸੰਸਾਰ। ਇਹੋ ਜਿਹਾ ਜੀਵਨ ਸੰਸਾਰ ਦੇ ਵਿੱਚ ਧ੍ਰਿਗਾਕਾਰ ਹੈ। ਵਾਹਿਗੁਰੂ ਤੋਂ ਬੇਮੁਖ ਹੋ ਕੇ ਜਿਉਣਾ, ਗੁਰੂ ਮਹਾਰਾਜ ਤੋਂ ਬੇਮੁਖ ਹੋ ਕੇ ਜਿਉਣਾ, ਕੰਡ ਦੇ ਕੇ ਜਿਉਣਾ, ਹੁਕਮ ਨਾ ਮੰਨਣਾ, ਹੁਕਮ ਅਦੂਲੀ ਕਰਨੀ, ਮੋੜ ਦੇਣਾ ਹੁਕਮ, ਕਹਿੰਦੇ ਧ੍ਰਿਗ ਇਹੋ ਜਿਹਾ ਜੀਵਨ ਸੰਸਾਰ ਵਿੱਚ। ਪੌੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਤੁਧ ਆਪੇ ਧਰਤੀ ਸਾਜੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸਾਂ ਆਪ ਹੀ ਮਹਾਰਾਜ ਸਾਰੀ ਧਰਤੀ ਦੀ ਸਾਜਨਾ ਕੀਤੀ ਹੈ। ਧਰਤੀ ਸਾਜ ਦਿੱਤੀ, ਰਚ ਦਿੱਤੀ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੜ ਘੜ ਜੋਤ ਸਮੋਏ। ਆਪ ਤੁਸੀਂ ਸਾਰੀ ਧਰਤੀ ਨੂੰ ਬਣਾਇਆ, ਸਾਜਿਆ ਹੈ। ਜਿਨ ਉਪਾਈ ਮੇਦਨੀ, ਚੰਦ ਸੂਰਜ ਦੋਇ ਦੀਵੇ। ਤੇ ਸੱਚੇ ਪਾਤਸ਼ਾਹ ਜੀ ਚੰਦਰ ਤੇ ਸੂਰਜ, ਚੰਦਰਮਾ ਤੇ ਸੂਰਜ ਦੋ ਦੀਵੇ ਬਣਾਉਂਦੇ ਹਨ ਲੋਕਾਂ ਵਾਸਤੇ। ਰਾਤ ਨੂੰ ਘੱਟ ਚਾਨਣ ਦੀ ਲੋੜ ਹੈ, ਚੰਦਰਮਾ ਬਣਾਉਂਦਾ। ਦਿਨ ਵੇਲੇ ਜ਼ਿਆਦਾ ਚਾਨਣ ਦੀ ਲੋੜ ਹੈ, ਤੁਸੀਂ ਸੂਰਜ ਰਚ ਦਿੱਤਾ ਲੋਕਾਂ ਦੀ ਸਹੂਲਤ ਵਾਸਤੇ। ਇਹ ਵੱਡੇ ਵੱਡੇ ਦੀਵੇ ਦੋ ਬਣਾਉਂਦੇ। 10 4 ਹਟ ਤੁਧ ਸਾਜਿਆ, ਵਪਾਰ ਕਰੀਵੇ। ਜੀਆਂ ਦੇ ਵਪਾਰ ਕਰਨ ਵਾਸਤੇ 14 ਹੱਟੀਆਂ ਸਾਜ ਦਿੱਤੀਆਂ। 10 ਤੇ 4 14 ਹੱਟ ਬਣਾ ਦਿੱਤੇ। ਉਹ ਕੀ ਹਨ? 14 ਤਬਕ, ਜਿੱਥੇ ਜੀਵ ਪੈਦਾ ਕੀਤੇ ਨੇ। ਸੋ 14 ਲੋਕ ਜਾਹੇ ਬਸ ਕੀਨੇ, ਤਾਤੇ ਕਹਾਂ ਪਲਾਇਆ ਹੈ। ਗੁਰੂ ਦਸਮ ਪਾਤਸ਼ਾਹ ਨੇ ਕਿਹਾ, ਦੋ ਦੀਵੇ 14 ਹੱਟ ਨਾਲੇ, ਜਿੱਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਵਾ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਵੀ ਇੱਥੇ ਜੀਆਂ ਦੇ ਵਪਾਰ ਕਰਨ ਵਾਸਤੇ 14 ਹੱਟ ਤੁਸਾਂ ਸਾਜ ਦਿੱਤੇ ਨੇ। ਇਕਨਾ ਨੂੰ ਹਰ ਲਾਭ ਦੇ, ਜੋ ਗੁਰਮੁਖ ਥੀਵੇ। ਜਿਹੜੇ ਗੁਰਾਂ ਦੇ ਸਨਮੁਖ ਹੋ ਗਏ ਨਾ, ਗੁਰਮੁਖ ਬਣ ਗਏ, ਇਕਨਾ ਉਹਨਾਂ ਦੇ ਤਾਈਂ, ਇਕਨਾ ਦੇ ਤਾਈਂ, ਕਈਆਂ ਦੇ ਤਾਈਂ ਹਰੀ ਪ੍ਰਮਾਤਮਾ ਨਫਾ ਬਖਸ਼ਦਾ ਹੈ, ਲਾਭ ਬਖਸ਼ਦਾ, ਭਾਵ ਆਪਣਾ ਨਾਮ ਬਖਸ਼ ਕੇ ਤੇ ਉਹਨਾਂ ਨੂੰ ਨਫਾ ਬਖਸ਼ ਦਿੰਦਾ ਹੈ। ਆਪਣੇ ਨਾਮ ਦੀ ਬਖਸ਼ਿਸ਼ ਕਰਦਾ, ਲਾਭ ਖੱਟ ਜਾਂਦੇ ਨੇ। ਤਿੰਨ ਜਮ ਕਾਲ ਨਾ ਵਿਆਪਈ, ਜਿਨ ਸੱਚ ਅੰਮ੍ਰਿਤ ਪੀਵੇ। ਜਿਨ੍ਹਾਂ ਨੇ ਸੱਚ ਸਰੂਪ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਜਮ ਕਾਲ ਨਾ ਵਿਆਪਈ। ਧਰਮਰਾਜ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਧਰਮਰਾਜ ਦੇ ਜੋ ਦੂਤ ਨੇ ਉਹ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਕਾਲ ਮੌਤ, ਜਮ ਕਾਲ ਦਾ ਅਰਥ ਮੌਤ ਵੀ ਹੈ। ਉਹਨਾਂ ਦੇ ਉੱਪਰ ਕਾਲ, ਮੌਤ ਤੇ ਜਮ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਮੌਤ ਦਾ ਸਹਿਮ ਉਹਨਾਂ ਨੂੰ ਸਤਾ ਨਹੀਂ ਸਕਦਾ। ਸਾਰੀ ਦੁਨੀਆ ਮੌਤ ਦੇ ਭੈ ਵਿੱਚ ਹੈ, ਪਰ ਉਹ ਵਾਹਿਗੁਰੂ ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਕਾਲ ਦਾ ਵੀ ਕੋਈ ਪ੍ਰਭਾਵ ਨਹੀਂ, ਮੌਤ ਦਾ ਵੀ, ਜਮਾਂ ਦਾ ਵੀ। ਉਹ ਆਪ ਛੁੱਟੇ ਪਰਿਵਾਰ ਸਿਉ, ਤਿੰਨ ਪਿੱਛੇ ਸਭ ਜਗਤ ਛੁੱਟੀਵੇ। ਉਹ ਬਹੁ ਵਚਨ ਬਚਨਾ। ਉਹ ਜਿਹੜੇ ਗੁਰਮੁਖ ਪਿਆਰੇ ਨੇ, ਉਹ ਆਪਣੇ ਪਰਿਵਾਰਾਂ ਸਮੇਤ ਛੁੱਟ ਗਏ। ਇੱਕ ਨਾਦੀ ਪਰਿਵਾਰ ਹੁੰਦਾ, ਜਿਹੜਾ ਬਿੰਦੀ ਪਰਿਵਾਰ ਹੁੰਦਾ, ਇੱਕ ਜਿਹੜਾ ਇਸਤਰੀ ਤੋਂ ਅੱਗੇ ਪਰਿਵਾਰ ਬਣੇ, ਧੀਆਂ ਪੁੱਤਰ। ਇੱਕ ਪਰਿਵਾਰ ਉਹਨਾਂ ਦੇ ਸੇਵਕ ਜਿਹੜੇ ਹੁੰਦੇ ਨੇ ਗੁਰਮੁਖ ਜਨਾਂ ਦੇ, ਉਹ ਨਾਦੀ ਪਰਿਵਾਰ। ਉਹ ਆਪ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ, ਪਰਿਵਾਰ ਵੀ ਚੰਗੀ ਸਿੱਖਿਆ ਜੇ ਲੈ ਲਏ, ਉਹਨਾਂ ਦੇ ਅਨੁਸਾਰੀ ਹੋ ਕੇ ਚੱਲੇ, ਤੇ ਉਹ ਪਰਿਵਾਰ ਵੀ ਛੁੱਟਦਾ। ਆਪ ਤਾਂ ਛੁੱਟੇ ਹੀ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹਰ ਜਨ ਪਰਿਵਾਰ ਸਧਾਰ ਹੈ, 21 ਕੁਲੀ ਸਭ ਜਗਤ ਛੁਡਾਵੈ। ਇਸ ਤਰ੍ਹਾਂ ਉਹ ਆਪ ਪਰਿਵਾਰ ਸਮੇਤ ਛੁੱਟ ਗਏ ਜਮਾਂ ਤੋਂ, ਫਾਈਆਂ ਤੋਂ, ਦੁੱਖਾਂ ਤਕਲੀਫਾਂ ਤੋਂ। ਤਿੰਨ ਪਿੱਛੇ ਸਭ ਜਗਤ ਛੁਟੀਵੇ। ਉਹਨਾਂ ਦੇ ਪਿੱਛੇ ਲੱਗਣ ਵਾਲਾ ਜਗਤ ਸਾਰਾ, ਜਿੰਨੇ ਜਗਤ ਦੇ ਲੋਕ ਉਹਨਾਂ ਦੇ ਪਿੱਛੇ ਲੱਗ ਤੁਰਦੇ ਨੇ ਨਾ, ਉਹਨਾਂ ਦੇ ਅਨੁਸਾਰੀ ਹੋ ਜਾਂਦੇ ਨੇ, ਉਹ ਵੀ ਛੁਟੀਵੇ ਛੁੱਟ ਗਏ। ਅਨੇਕਾਂ ਲੋਕ ਹੋਰ ਵੀ ਉਹਨਾਂ ਦੇ ਪਿੱਛੇ ਲੱਗ ਕੇ ਛੁੱਟ ਜਾਂਦੇ ਨੇ।
ਸ਼ਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਕੁਦਰਤ ਰਚਨਾ ਕਰਕੇ, ਇਹ ਜਿਹੜੀ ਰਚਨਾ ਹੈ ਸੰਸਾਰ ਹੈ, ਇਹ ਕੁਦਰਤ ਹੈ ਵਾਹਿਗੁਰੂ ਦੀ। ਇਸ ਕੁਦਰਤ ਰਚਨਾ ਨੂੰ ਕਰਕੇ ਬਣਾ ਕੇ ਵਸਿਆ ਸੋਏ। ਵਾਹਿਗੁਰੂ ਉਹੀ ਅਕਾਲ ਪੁਰਖ ਜੋ ਰਚਣ ਵਾਲਾ, ਇਸ ਕੁਦਰਤ ਵਿੱਚ ਉਹ ਕਾਦਰ ਵਸਿਆ ਹੋਇਆ ਹੈ। ਜਿਵੇਂ ਬਚਨ ਹਨ ਕਿ ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਦਾ ਅਰਥ ਹੈ ਸਮਾਂ। ਇਸ ਕੁਦਰਤ ਵਿੱਚ ਜਿਹੜਾ ਬੰਦਾ ਹੈ, ਇਹ ਜੀਵ ਜੇ ਵਿਚਾਰੇ ਵਕਤ ਨੂੰ, ਵਕਤ ਸਮਾਂ ਜੋ ਮਨੁੱਖਾ ਸਰੀਰ ਹੈ, ਇਹ ਮਨੁੱਖਾ ਜਨਮ ਬੜਾ ਮਹਾਨ ਹੈ, ਦੁਰਲੱਭ ਹੈ। ਜਿਹੜਾ ਇਸ ਨੂੰ ਵਿਚਾਰੇ ਸੋ ਬੰਦਾ ਹੋਏ, ਉਹ ਰੱਬ ਦਾ ਭਗਤ ਹੋਏਗਾ। ਉਹ ਰੱਬ ਦੀ ਭਗਤੀ ਕਰ ਸਕਦਾ ਜਿਹੜਾ ਇਸ ਵਕਤ ਸਮੇਂ ਨੂੰ ਵਿਚਾਰ ਲਏ ਵੀ ਮਸਾਂ ਮਸਾਂ ਦੁਰਲੱਭ ਦੇਹੀ ਮਿਲੀ ਹੈ। ਸਫਲ ਹੋਈ ਜਪ ਹਰ ਹਰ ਨਾਮ। ਹਰੀ ਦਾ ਨਾਮ ਜਪ ਕੇ ਸਫਲ ਹੋਵੇਗੀ। ਇਸ ਪ੍ਰਕਾਰ ਉਹ ਅਸਲੀ ਬੰਦਾ ਹੈ, ਉਹ ਰੱਬ ਦਾ ਬੰਦਾ, ਬੰਦਗੀ ਕਰਨ ਵਾਲਾ ਭਾਵ ਭਗਤ ਹੈ। ਕੁਦਰਤ ਹੈ ਕੀਮਤ ਨਹੀਂ ਪਾਏ। ਇੱਕ ਤਾਂ ਅਰਥ ਇਹ ਆ ਵੀ ਰੱਬ ਦੀ ਇਹ ਕੁਦਰਤ ਜੋ ਦਿਖਾਈ ਦੇ ਰਹੀ ਹੈ, ਇਹਦੀ ਵੀ ਕੀਮਤ ਨਹੀਂ ਪਾਈ ਜਾਂਦੀ, ਇਹਦਾ ਵੀ ਮੁੱਲ ਨਹੀਂ ਪਾਇਆ ਜਾਂਦਾ। ਦੂਸਰਾ ਅਰਥ ਹੈ ਕੁਦਰਤ ਹੈ, ਕੁਦਰਤ ਵਿੱਚ ਹੈ ਪਰਮਾਤਮਾ, ਉਸ ਵਾਹਿਗੁਰੂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਜੇ ਕੋਈ ਮੁੱਲ ਪਾਉਣ ਦਾ ਯਤਨ ਵੀ ਕਰੇ ਤਾਂ ਕਥਨ ਨਹੀਂ ਕੀਤੀ ਜਾ ਸਕਦੀ ਕੀਮਤ ਕਿੰਨੀ ਕੁ ਹੈ। ਇਹਦਾ ਅਰਥ ਇੰਝ ਵੀ ਹੈ ਵੀ ਜੇ ਕੋਈ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰ ਵੀ ਲੈਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਭਾਵਨਾ ਹੋਣ ਕਰਕੇ ਵਾਹਿਗੁਰੂ ਮਿਲਦਾ, ਤੇ ਉਹ ਭਾਵਨਾ ਕਿਵੇਂ ਪੈਦਾ ਹੁੰਦੀ ਹੈ ਕੁਝ ਦੱਸਿਆ ਨਹੀਂ ਜਾ ਸਕਦਾ। ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਸਰੈ ਸਰੀਅਤ ਕਰਹਿ ਵਿਚਾਰ। ਜਿਹੜੀ ਦੁਨਿਆਵੀ ਮਰਿਆਦਾ ਹੈ ਜਾਂ ਧਾਰਮਿਕ ਰਹੁ ਰੀਤਾਂ ਹਨ, ਇਸਲਾਮ 'ਚ ਉਹਨਾਂ ਨੂੰ ਸ਼ਰ੍ਹਾ ਕਿਹਾ ਜਾਂਦਾ, ਅਤੇ ਹਿੰਦੂ ਮਤ ਦੇ ਅੰਦਰ ਕਰਮ ਕਾਂਡ, ਅਤੇ ਸਾਡੇ ਸਿੱਖ ਮਤ 'ਚ ਮਰਿਆਦਾ ਜਾਂ ਕੁਝ ਸੰਸਾਰ ਦੀਆਂ ਵੀ ਮਰਿਆਦਾ ਰਹੁ ਰੀਤਾਂ ਹਨ। ਇਸ ਤਰ੍ਹਾਂ ਲੋਕ ਸ਼ਰੀਅਤ ਦੁਆਰਾ ਸ਼ਰ੍ਹਾ 'ਚ ਬੱਝੇ ਹੋਏ ਸ਼ਰੀਅਤ ਦੀਆਂ ਵਿਚਾਰਾਂ ਤਾਂ ਕਰਦੇ ਹਨ, ਮਰਿਆਦਾਵਾਂ ਦੀਆਂ ਵਿਚਾਰਾਂ ਕਰਦੇ ਹਨ, ਪਰ ਬਿਨ ਬੂਝੇ ਕੈਸੇ ਪਾਵਹਿ ਪਾਰ। ਵਾਹਿਗੁਰੂ ਦੇ ਸਰੂਪ ਨੂੰ ਬੁੱਝਣ ਤੋਂ ਬਗੈਰ ਕਿਸ ਤਰ੍ਹਾਂ ਸੰਸਾਰ ਤੋਂ ਪਾਰ ਹੋ ਸਕਦੇ ਨੇ, ਪਾਰਲਾ ਕੰਢਾ ਕਿਵੇਂ ਪ੍ਰਾਪਤ ਕਰ ਸਕਦੇ ਨੇ। ਹੁਣ ਹਜ਼ੂਰ ਆਪਣਾ ਫੈਸਲਾ ਦੇ ਰਹੇ ਨੇ ਵੀ ਸਿੱਧਕ ਕਰ ਸਜਦਾ। ਜਿਹੜਾ ਇਸਲਾਮ ਵਾਲੇ ਸਜਦਾ ਕਰਦੇ ਨੇ ਵਾਹਿਗੁਰੂ ਨੂੰ, ਝੁਕਣ ਦਾ ਨਾਮ ਸਜਦਾ, ਅਸੀਂ ਬੰਦਨਾ ਨਮਸਕਾਰ ਮੱਥਾ ਟੇਕਣਾ ਕਹਿੰਦੇ, ਉਹ ਸਜਦਾ ਕਰਨਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਸਿਦਕ ਹੈ ਨਾ ਜਿਹੜਾ ਪਰਮਾਤਮਾ 'ਤੇ ਦ੍ਰਿੜ ਨਿਸ਼ਚਾ, ਸ਼ਰਧਾ, ਵਿਸ਼ਵਾਸ, ਇਹਨੂੰ ਸਜਦਾ ਬਣਾ, ਝੁਕਣਾ ਸਮਝ ਲੈ, ਨਿਉਣਾ ਸਮਝ ਵਾਹਿਗੁਰੂ ਅੱਗੇ। ਮਨ ਕਰ ਮਕਸੂਦ, ਤੇ ਮਨ ਨੂੰ ਬਣਾ ਨਿਸ਼ਾਨਾ। ਮਕਸੂਦ ਮਕਸਦ, ਮਨ ਜਿਹੜਾ ਹੈ ਇਹਦੇ ਵਿੱਚ ਨਿਸ਼ਾਨਾ ਧਾਰਨ ਕਰ ਵਾਹਿਗੁਰੂ ਦੀ ਪ੍ਰਾਪਤੀ ਦਾ। ਜੇ ਧਿਰ ਦੇਖਾਂ ਤੇ ਧਿਰ ਮੌਜੂਦ। ਜਿਸ ਪਾਸੇ ਵੀ ਵੇਖੀਏ ਉਸੇ ਪਾਸੇ ਪ੍ਰਮਾਤਮਾ ਤਾਂ ਮੌਜੂਦ ਹੈ। ਸੋ ਇਸ ਪ੍ਰਕਾਰ ਮਨ ਅੰਦਰ ਮਕਸਦ ਧਾਰਨ ਕਰ ਵਾਹਿਗੁਰੂ ਦੀ ਪ੍ਰਾਪਤੀ ਦਾ। ਮਕਸੂਦ ਦਾ ਅਰਥ ਹੈ ਮਨੋਰਥ, ਨਿਸ਼ਾਨਾ। ਮਨ ਕਰਕੇ ਕਰ ਨਿਸ਼ਾਨਾ ਵਾਹਿਗੁਰੂ ਦੀ ਪ੍ਰਾਪਤੀ, ਦ੍ਰਿੜ ਨਿਸ਼ਚਾ ਕਰ, ਭਰੋਸਾ ਕਰ, ਤੇ ਵਾਹਿਗੁਰੂ ਦੀ ਪ੍ਰਾਪਤੀ ਦਾ ਨਿਸ਼ਾਨਾ ਮਿਥ ਲੈ। ਵਾਹਿਗੁਰੂ ਤੇ ਦੂਰ ਨਹੀਂ, ਜਿੱਧਰ ਵੀ ਵੇਖੀਏ ਕਹਿੰਦੇ ਉਸ ਪਾਸੇ ਹੀ ਮੌਜੂਦ ਹੈ ਪਰਮਾਤਮਾ, ਇੱਕ ਦੇਸ਼ੀ ਨਹੀਂ ਹੈ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਗੁਰ ਸਭਾ ਏਵ ਨਾ ਪਾਈ ਹੈ। ਸਤਿਗੁਰੂ ਮਹਾਰਾਜ ਦਾ ਸੰਗ ਸਾਥ ਇੰਜ ਨਹੀਂ ਪ੍ਰਾਪਤ ਹੁੰਦਾ। ਨਾ ਨੇੜੇ ਨਾ ਦੂਰ, ਨਾ ਨੇੜੇ ਰਹਿ ਕੇ ਨਾ ਦੂਰ ਰਹਿ ਕੇ। ਜੇ ਕੋਈ ਕਵੇ ਵੀ ਸਰੀਰਕ ਤੌਰ 'ਤੇ ਨੇੜੇ ਰਹੀਏ, ਤੇ ਜ਼ਰੂਰੀ ਨਹੀਂ ਹੈ ਕਿ ਨੇੜੇ ਸਰੀਰਕ ਤੌਰ 'ਤੇ ਹੋਈਏ ਅਤੇ ਸਾਡਾ ਮਨ ਵੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਰਹੇ। ਜਾਂ ਕੋਈ ਇਹ ਵਿਚਾਰ ਕਰੇ ਵੀ ਨੇੜੇ ਰਹਿ ਕੇ ਸ਼ਰਧਾ ਨਹੀਂ ਰਹਿੰਦੀ ਅਤੇ ਸਰੀਰਕ ਤੌਰ 'ਤੇ ਗੁਰੂ ਸਾਹਿਬ ਜੀ ਤੋਂ ਦੂਰ ਦੂਰ ਰਹੀਏ ਅਤੇ ਇੰਜ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਏਗੀ। ਕਹਿੰਦੇ ਨਾ ਸਰੀਰਕ ਤੌਰ 'ਤੇ ਨੇੜੇ ਰਹਿਣ ਨਾਲ, ਨਾ ਸਰੀਰਕ ਤੌਰ 'ਤੇ ਦੂਰ ਰਹਿਣ ਨਾਲ ਸਤਿਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ। ਜਿਵੇਂ ਦਸ਼ਮੇਸ਼ ਪਾਤਸ਼ਾਹ ਅਨੰਦਪੁਰ ਸਾਹਿਬ ਰਾਤ ਦੇ ਸਮੇਂ ਬਿਰਾਜਮਾਨ ਸਨ। ਜਿਹੜੇ ਸਿੰਘ ਪਹਿਰੇ 'ਤੇ ਸਨ 4 ਸੀ,
ਤੇ ਉਹਨਾਂ ਵਿੱਚੋਂ ਦੋ ਨੇ ਦੋਹਾਂ ਨੂੰ ਕਿਹਾ ਕਿ ਤੁਸੀਂ ਪਹਿਰੇ ਤੇ ਰਹੋ, ਇੱਥੇ ਇੱਕ ਖੇਡਾ ਪੈ ਰਿਹਾ, ਤਮਾਸ਼ਾ ਲੱਗਾ ਸ਼ਹਿਰ ਦੇ ਵਿੱਚ, ਤੇ ਅਸੀਂ ਵੇਖ ਆਈਏ। ਤੇ ਉਹ ਚਲੇ ਗਏ। ਜਿਹੜੇ ਗਏ ਸੀ ਉਹਨਾਂ ਦੇ ਮਨ ਅੰਦਰ ਭੈ ਬਣਿਆ ਰਿਹਾ ਵੀ ਜੇ ਗੁਰੂ ਸਾਹਿਬ ਪਿੱਛੋਂ ਜਾਗ ਪਏ ਜਾਂ ਅੰਤਰਜਾਮੀ ਹਨ, ਗੁਰੂ ਸਾਹਿਬ ਗੁੱਸੇ ਹੋਣਗੇ, ਅਸੀਂ ਇਹ ਗਲਤੀ ਕੀਤੀ ਹੈ। ਜਿਹੜੇ ਨਹੀਂ ਸੀਗੇ ਉਹਨਾਂ ਦੇ ਮਨ ਅੰਦਰ ਇਹ ਗੱਲ ਬਣੀ ਰਹੀ ਵੀ ਅਸੀਂ ਵੀ ਚਲੇ ਜਾਂਦੇ ਤੇ ਚੰਗੀ ਗੱਲ ਸੀ, ਤਮਾਸ਼ਾ ਵੇਖ ਲੈਂਦੇ, ਗੁਰੂ ਸਾਹਿਬ ਤਾਂ ਬਰਾਜੇ ਹੋਏ ਨੇ। ਤਾਂ ਫਿਰ ਸਵੇਰ ਵੇਲੇ ਗੁਰੂ ਸਾਹਿਬ ਨੇ ਕਿਹਾ ਸੀ ਉਹਨਾਂ ਸਿੰਘਾਂ ਨੂੰ ਭਈ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਫਿਰ ਦੱਸਿਆ ਸੀ ਕਿ ਉਹ ਮਨ ਕਰਕੇ ਸਾਡੇ ਭੈ 'ਚ ਰਹੇ ਪਰ ਸਰੀਰਕ ਤੌਰ 'ਤੇ ਦੂਰ ਸਨ। ਜਿਹੜੇ ਸਾਡੇ ਕੋਲ ਖੜੇ ਸੀ ਉਹ ਸਰੀਰਕ ਤੌਰ 'ਤੇ ਕੋਲ ਸਨ, ਮਨ ਕਰਕੇ ਹਾਜ਼ਰ ਨਹੀਂ ਸਨ। ਇਤਿਆਦਿਕ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਹੁਣ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਿਲਾਪ ਤਾਂ ਹੀ ਅਸਲੀ ਮਿਲਾਪ, ਜਾਂ ਮਨ ਰਹਿ ਹਦੂਰ, ਮਨ ਸਦਾ ਹੀ ਜੇ ਹਜ਼ੂਰੀ ਵਿੱਚ ਰਹੇ। ਇਹ ਨਹੀਂ ਵੀ ਜਦੋਂ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਚਾਹੀ ਉਦੋਂ ਤਾਂ ਭੈ ਹੋਵੇ ਤੇ ਇੱਥੇ ਨਹੀਂ ਬੁਰਾ ਕਰਮ ਕਰਨਾ, ਇੱਥੇ ਬੁਰਾ ਨਹੀਂ ਬੋਲਣਾ, ਤੇ ਬਾਹਰ ਜਾ ਕੇ ਉਹ ਕੁਝ ਕਰੀਏ ਤੇ ਗੁਰੂ ਮਹਾਰਾਜ ਕਿਹੜੇ ਇੱਥੇ ਹਨ, ਉਹ ਕਿਹੜਾ ਵੇਖਦੇ ਨੇ, ਉਹ ਕਿਹੜਾ ਜਾਣਦੇ ਨੇ, ਬਾਹਰ ਜੋ ਮਰਜ਼ੀ ਕਰ ਲਈਏ, ਇੱਥੇ ਆ ਕੇ ਬਖਸ਼ਾ ਲਵਾਂਗੇ, ਇਹ ਗੱਲ ਨਹੀਂ। ਸਤਿਗੁਰੂ ਕਹਿ ਰਹੇ ਨੇ ਜਦੋਂ ਮਨ ਸਦਾ ਵਾਸਤੇ ਹੀ ਹਜ਼ੂਰੀ 'ਚ ਰਹੇ ਤਾਂ ਸਤਿਗੁਰੂ ਦਾ ਮਿਲਾਪ ਹੁੰਦਾ। ਸਰੀਰਕ ਤੌਰ 'ਤੇ ਨੇੜੇ ਹੋਈਏ ਜਾਂ ਦੂਰ ਹੋਈਏ, ਮਨ ਸਦਾ ਹੀ ਹਜ਼ੂਰੀ 'ਚ ਰਹੇ, ਸਤਿਗੁਰੂ ਦੇ ਭੈ ਵਿੱਚ ਜਾਂ ਨਹੀਂ ਰਹੇ। ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਪੌੜੀ ਉਚਾਰਦੇ ਹਨ, ਸਪਤ ਦੀਪ ਸਪਤ ਸਾਗਰਾ, ਨਵ ਖੰਡ 4 ਵੇਦ 10 ਅਸ਼ਟ ਪੁਰਾਣਾ। ਸਪਤ ਦੀਪ, ਦੀਪ ਜ਼ਖੀਰੇ, ਜਿਹੜੇ ਸਮੁੰਦਰ ਵਿੱਚ ਘਿਰੀ ਹੋਈ ਧਰਤੀ ਹੈ, 7 ਦੀਪ ਮੰਨੇ ਗਏ ਨੇ। ਸਪਤ ਸਾਗਰਾ, 7 ਹੀ ਸਾਗਰ ਸਮੁੰਦਰ ਮੰਨੇ ਗਏ ਨੇ। ਨਵ ਖੰਡ, ਸਾਰੀ ਧਰਤੀ ਨੂੰ 9 ਖੰਡਾਂ 'ਚ ਵੰਡਿਆ ਗਿਆ ਸੀ ਪੁਰਾਣੇ ਸਮੇਂ 'ਚ, ਉਹਦੇ ਬਾਰੇ ਕਹਿ ਰਹੇ ਨੇ ਵੀ 9 ਖੰਡ ਧਰਤੀ ਦੇ, ਮਾਤਲੋਕ ਦੀ ਧਰਤੀ। ਤੇ 4 ਵੇਦ, ਸਿਆਮ ਵੇਦ, ਯਜੁਰਵੇਦ, ਅਥਰਵਣ ਵੇਦ, ਤੇ ਇਸ ਪ੍ਰਕਾਰ ਜਿਹੜਾ ਕਲਯੁਗ ਦਾ ਵੇਦ ਹੈ, ਸਿਆਮ, ਯਜੁਰ, ਅਥਰਵਣ ਵੇਦ, ਤੇ ਇੱਕ ਹੋਰ ਹੈ ਚੌਥਾ ਕਲਯੁਗ ਦਾ। ਇਉਂ ਇਹ 4 ਵੇਦ ਜਿਹੜੇ ਰਚੇ ਗਏ ਨੇ, ਤੇ 10 ਅਸ਼ਟ ਪੁਰਾਣ, 10 ਤੇ ਅਸ਼ਟ 8 ਯਾਨੀ 18 ਪੁਰਾਣ ਜੋ ਰਚੇ ਗਏ ਨੇ। ਇੱਕ ਭਵਿੱਖਤ ਪੁਰਾਣ ਹੈ ਬਿਆਸ ਜੀ ਦਾ, ਇਸੇ ਤਰ੍ਹਾਂ ਗਰੜ ਪੁਰਾਣ ਹੈ, ਵਸ਼ਿਸ਼ਟ ਪੁਰਾਣ ਹੈ, ਆਦਿਕ ਇਹ ਨਾਮ ਹਨ। 18 ਗ੍ਰੰਥ ਨੇ, ਪੁਰਾਣ ਨੂੰ ਕਿਹਾ ਜਾਂਦਾ ਹੈ। 4 ਵੇਦ 10 ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ। ਹੇ ਹਰੀ ਪ੍ਰਮਾਤਮਾ, ਤੇਰੇ ਤੋਂ ਬਾਹਰਾ ਕੁਛ ਨਹੀਂ ਹੈ, ਸਾਰਿਆਂ ਵਿੱਚ ਤੂੰ ਵਰਤ ਰਿਹਾ। 7 ਦੀਪਾਂ 'ਚ, 7 ਸਮੁੰਦਰਾਂ 'ਚ, 9 ਖੰਡ ਧਰਤੀ 'ਚ, 4 ਵੇਦਾਂ 'ਚ, 18 ਪੁਰਾਣਾਂ 'ਚ, ਹਰ ਸਭਨਾ ਭਾਣਾ। ਹੇ ਵਾਹਿਗੁਰੂ, ਤੂੰ ਸਭ ਨੂੰ ਚੰਗਾ ਲੱਗਣ ਵਾਲਾ। ਸਭ ਤੁਝੇ ਧਿਆਵਹਿ ਜੀ ਜੰਤ, ਹਰ ਸਾਰੰਗ ਪਾਣਾ। ਹੇ ਸਾਰੰਗ ਪਾਣ, ਸਾਰੰਗ ਦੇ ਅਰਥ ਵੈਸੇ ਕਈ ਨੇ, ਪਪੀਆ ਵੀ ਆ, ਧਨੁਸ਼ ਵੀ, ਇੱਕ ਹਾਥੀ ਦਾ ਨਾਮ ਵੀ ਹੈ ਸਾਰੰਗ, ਛੋਟਾ ਮਕਨਾ ਹਾਥੀ ਇਤਿਆਦਿਕ। ਪਰ ਇੱਥੇ ਅਰਥ ਹੈ ਪਾਣ ਨਾਮ ਹੱਥ ਦਾ, ਹੱਥ ਵਿੱਚ ਜਿਸ ਨੇ ਸਾਰੰਗ ਧਨੁਸ਼ ਪੜਿਆ ਹੋਇਆ। ਹੇ ਧਨੁਖ ਧਾਰੀ ਹਰੀ ਪ੍ਰਮਾਤਮਾ ਜੀ, ਇੱਕ ਨਾਮ ਹੈ ਪ੍ਰਮਾਤਮਾ ਦਾ, ਸਾਰੰਗ ਪਾਣ, ਧਨੁਖ ਧਾਰੀ। ਹੇ ਧਨੁਖ ਧਾਰੀ ਹਰੀ ਵਾਹਿਗੁਰੂ ਜੀ, ਸਭ ਤੁਝੇ ਧਿਆਵਹਿ ਜੀ ਜੰਤ, ਜੀਅ ਜੰਤ, ਵੱਡੇ ਜੀ ਛੋਟੇ ਜੰਤ, ਸਭ ਤੁਹਾਨੂੰ ਹੀ ਆਰਾਧ ਰਹੇ ਨੇ। ਸਾਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸਾਰੀ ਸ੍ਰਿਸ਼ਟੀ ਤੁਹਾਡਾ ਆਰਾਧਨ ਕਰ ਰਹੀ ਹੈ। ਜੋ ਗੁਰਮੁਖ ਹਰ ਆਰਾਧ ਦੇ ਤਨਹੁ ਕੁਰਬਾਨਾ, ਜਿਹੜੇ ਗੁਰਾਂ ਦੇ ਸਨਮੁਖ ਹੋ ਕੇ ਹਰੀ ਜੀ ਤੁਹਾਡਾ ਆਰਾਧਨ ਕਰਦੇ ਨੇ, ਉਹਨਾਂ ਤੋਂ ਅਸੀਂ ਕੁਰਬਾਨ ਸਦਕੇ ਜਾਂਦੇ ਹਾਂ। ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਆਪ ਤੋਂ ਆਪ ਰੂਪ ਹੋ, ਤੇ ਇਹ ਜਿਹੜਾ ਸੰਸਾਰ ਹੈ ਬੜਾ ਅਸਚਰਜ ਚੋਜ ਹੈ ਤੁਹਾਡਾ। ਇਹ ਅਸਚਰਜ ਰਚਨਾ ਰਚ ਕੇ ਸ੍ਰਿਸ਼ਟੀ ਵਿੱਚ, ਇਸ ਰਚਨਾ ਵਿੱਚ ਤੁਸੀਂ ਆਪ ਹੀ ਵਰਤ ਰਹੇ ਹੋ। ਸ਼ਲੋਕ ਮਹੱਲਾ ਤੀਜਾ। ਕਲਉ ਮਸਾਜਨੀ ਕਿਆ ਸਦਾਈਆ, ਧੰਨ ਗੁਰੂ ਅਮਰਦਾਸ ਮਹਾਰਾਜ। ਕੋਈ ਸਿੱਖ ਸੀ ਤੇ ਉਹਨੇ ਕਿਹਾ ਉਪਦੇਸ਼ ਦਿਓ। ਜਦੋਂ ਉਪਦੇਸ਼ ਦੇਣ ਲੱਗੇ ਤਾਂ ਕਲਮ ਦਵਾਤ ਲੈ ਆ, ਕਹਿਣ ਲੱਗਾ ਜਿਸੇ ਲਿਖ ਦਿਓ ਮੈਨੂੰ ਚੇਤਾ ਰਵੇਗਾ, ਉਹਦਾ ਚੇਤਾ ਭੁੱਲ ਜਾਣਾ।
ਤਾਂ ਸਤਿਗੁਰੂ ਮਹਾਰਾਜ ਬਚਨ ਫਰਮਾਉਂਦੇ ਨੇ ਕਿ ਕਲਮ ਮਸਾਜਨੀ, ਕਲੋ ਅਰਥ ਇੱਥੇ ਕਲਮ ਵਾਸਤੇ ਹੈ, ਕਲਮ ਮਸਾਜਨੀ, ਮਸ ਸਿਆਹੀ ਜਿਹਦੇ 'ਚ ਹੁੰਦੀ ਹੈ ਦਵਾਤ, ਕਲਮ ਮਸਾਜਨੀ ਕਿਆ ਸਦਾਈਏ, ਕੀ ਮੰਗਵਾਉਣੀ ਹੈ ਭਾਈ ਕਲਮ ਤੇ ਸਿਆਹੀ ਦਵਾਤ, ਹਿਰਦੈ ਹੀ ਲਿਖ ਲਿਓ, ਹਿਰਦੇ ਰੂਪੀ ਕਾਗਜ਼ ਤੇ ਲਿਖ ਲੈ ਪ੍ਰੀਤ ਦੀ ਕਲਮ ਦੇ ਨਾਲ, ਨਾਨਕ ਸਾਹਿਬ ਸਦਾ ਸਾਹਿਬ ਕੈ ਰੰਗ ਰਹਿ ਕਬਹੂ ਨ ਟੁੱਟ ਸਨੇਹੋ। ਜਿਹੜਾ ਸਦਾ ਹੀ ਸਾਹਿਬ ਅਕਾਲ ਪੁਰਖ ਦੇ ਰੰਗ ਪ੍ਰੇਮ ਵਿੱਚ ਰਹਿੰਦਾ ਹੈ ਉਹਦਾ ਕਦੇ ਵੀ ਨੇਹ ਪ੍ਰਮਾਤਮਾ ਨਾਲੋਂ ਟੁੱਟਦਾ ਨਹੀਂ ਹੈ। ਕਲਮ ਮਸਾਜਨੀ ਜਾਏ ਸੀ, ਹਜ਼ੂਰ ਕਹਿੰਦੇ ਕਲਮ ਤੇ ਮਸਾਜਨੀ ਸਿਆਹੀ ਦਵਾ ਤੇ ਸਭ ਚਲੀਆਂ ਜਾਣਗੀਆਂ, ਲਿਖਿਆ ਵੀ ਨਾਲੇ ਜਾਏ, ਜੋ ਕੁਛ ਲਿਖਿਆ ਹੋਇਆ ਹੈ ਇਸ ਕਲਮ ਦਵਾਤ ਨਾਲ ਉਹ ਵੀ ਚਲਿਆ ਜਾਏਗਾ। ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਧੁਰ ਛੋਡੀ ਸੱਚਾ ਪਾਏ। ਜੋ ਧੁਰੋਂ ਸੱਚੇ ਅਕਾਲ ਪੁਰਖ ਨੇ ਕਿਸੇ ਆਪਣੇ ਭਗਤ ਦੇ ਹਿਰਦੇ ਅੰਦਰ ਧੁਰੋਂ ਹੀ ਸੱਚੀ ਪ੍ਰੀਤ ਪਾ ਦਿੱਤੀ ਹੈ ਨਾ ਸੱਚੇ ਵਾਹਿਗੁਰੂ ਨੇ, ਉਹ ਸ਼ਹੁ ਪ੍ਰਮਾਤਮਾ ਨਾਲ ਜਿਹੜੀ ਪ੍ਰੀਤ ਪਈ ਹੋਈ ਹੈ ਉਹ ਨਹੀਂ ਕਿਤੇ ਵੀ ਜਾਏਗੀ। ਭਾਵ ਜੋ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹਿਰਦੇ ਅੰਦਰ ਉਹ ਅਮਿਟ ਹੈ, ਉਹ ਨਹੀਂ ਮਿਟਦੀ ਹੈ, ਉਹ ਜਾਏਗੀ ਨਹੀਂ ਕਿਤੇ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਨਦਰੀ ਆਪਦਾ ਨਾਲ ਨਾ ਚੱਲਈ, ਵੇਖੋ ਕੋ ਵਿਉਪਾਏ। ਵਿਉਪਾਏ ਨਿਰਣਾ ਕਰਕੇ, ਚੰਗੀ ਤਰ੍ਹਾਂ ਹਜ਼ੂਰ ਕਹਿੰਦੇ ਨਿਰਣਾ ਕਰਕੇ ਵੇਖ ਲਓ ਜੋ ਕੁਛ ਨਜ਼ਰਾਂ ਵਿੱਚ ਆ ਰਿਹਾ ਹੈ, ਜੋ ਅੱਖਾਂ ਨਾਲ ਦ੍ਰਿਸ਼ਟੀ ਨਾਲ ਦਿਖਾਈ ਦੇ ਰਿਹਾ ਹੈ, ਇਹਦੇ ਵਿੱਚੋਂ ਕੁਛ ਵੀ ਅੰਤ ਨੂੰ ਸਾਡੇ ਨਾਲ ਨਹੀਂ ਚੱਲੇਗਾ। ਜਾਣਾ ਤਾਂ ਹੈ ਹੀ ਸੰਸਾਰ ਤੋਂ, ਇੱਥੇ ਕੁਝ ਮਿਥੇ ਹੋਏ ਸਮੇਂ ਲਈ ਅਸੀਂ ਆਏ ਹਾਂ, ਤਾਂ ਹਜ਼ੂਰ ਕਹਿੰਦੇ ਚੇਤਾ ਰੱਖੋ ਵੀ ਜੋ ਕੁਛ ਨਜ਼ਰੀ ਆ ਰਿਹਾ ਹੈ ਕੁਛ ਵੀ ਨਾਲ ਨਹੀਂ ਚੱਲੇਗਾ, ਨਿਰਣਾ ਕਰਕੇ ਵੇਖ ਲਓ। ਅਨੇਕਾਂ ਲੋਕ ਗਏ ਨੇ, ਕੁਛ ਲੈ ਗਏ ਨਾਲ। ਸਿਕੰਦਰ ਬਾਦਸ਼ਾਹ ਜਦੋਂ ਉਹ ਮਰਨ ਵਾਲਾ ਸੀ ਤੇ ਮਰਨ ਤੋਂ ਪਹਿਲਾਂ ਉਸਨੇ ਕਿਹਾ ਸੀ ਆਪਣੇ ਸੇਵਾਦਾਰਾਂ ਅਹਿਲਕਾਰਾਂ ਨੂੰ ਭਈ ਹੁਣ ਮਰ ਤਾਂ ਮੈਂ ਜਾਣਾ, ਤੇ ਜਿਸ ਵੇਲੇ ਮੇਰਾ ਜਨਾਜ਼ਾ ਲੈ ਕੇ ਜਾਓ ਮੇਰੀ ਦੇਹੀ ਨੂੰ ਦਫਨਾਉਣ ਵਾਸਤੇ ਇੱਕ ਤਾਂ ਇਹ ਕੰਮ ਕਰਿਓ ਕਿ ਜਿੰਨੀ ਦੌਲਤ ਹੈ ਰਸਤੇ ਵਿੱਚ ਵਿਛਾ ਦਿਓ। ਜਿੱਧਰ ਦੀ ਮੇਰਾ ਜਨਾਜ਼ਾ ਲੈ ਕੇ ਜਾਣਾ ਨਾ, ਅਰਥੀ ਲੈ ਕੇ ਜਾਣਾ, ਦੋਵੇਂ ਪਾਸਿਓਂ ਹੀਰੇ ਲਾਲ ਜਵਾਹਰਾਤ ਜਿੰਨੇ ਧਰਤੀ 'ਤੇ ਵਿਛਾ ਦਿਓ। ਔਰ ਜਿੰਨੇ ਵੈਦ ਹਕੀਮ ਹਨ ਸ਼ਾਹੀ ਵੈਦ ਮੇਰੇ ਪਾਸ ਹੈ, ਸਾਰੇ ਦੋਵੇਂ ਪਾਸੇ ਖੜੇ ਕਰ ਦਿਓ ਅਤੇ ਮੇਰੇ ਹੱਥ ਤੇ ਪੈਰ ਕਫਨ ਤੋਂ ਬਾਹਰ ਰੱਖਿਓ, ਤਾਂ ਕਿ ਦੁਨੀਆ ਸਾਰੀ ਨੂੰ ਪਤਾ ਲੱਗ ਜਾਏ ਭਈ ਨਾ ਤੇ ਧਨ ਦੌਲਤ ਇਹਨੂੰ ਜੀਵਨ ਦੇ ਸਕੀ, ਮੌਤ ਤੋਂ ਬਚਾ ਸਕੀ, ਨਾ ਵੈਦ ਹਕੀਮ ਬਚਾ ਸਕੇ ਨਾ, ਅਤੇ ਨਾ ਹੀ ਇੱਥੋਂ ਕੁਛ ਨਾਲ ਲੈ ਕੇ ਚੱਲਿਆ, ਪੈਰੋਂ ਵੀ ਨੰਗਾ ਹੱਥੋਂ ਵੀ ਖਾਲੀ। ਸੋ ਇਸ ਪ੍ਰਕਾਰ ਹਜ਼ੂਰ ਇਹ ਬਚਨ ਫਰਮਾ ਰਹੇ ਨੇ ਵੀ ਕੁਛ ਵੀ ਨਾਲ ਨਹੀਂ ਜਾਏਗਾ। ਸਤਿਗੁਰ ਸੱਚ ਦ੍ਰਿੜਾਇਆ, ਸਾਨੂੰ ਸਾਡੇ ਸਤਿਗੁਰਾਂ ਨੇ ਸੱਚ ਸਰੂਪ ਵਾਹਿਗੁਰੂ ਦਾ ਸੱਚਾ ਨਾਮ ਪ੍ਰਪੱਕ ਕਰਾਇਆ ਹਿਰਦੇ 'ਚ। ਸੱਚ ਰਹੋ ਲਿਵ ਲਾਏ, ਇਹ ਆਗਿਆ ਕੀਤੀ ਹੈ ਕਿ ਸੱਚ ਸਰੂਪ ਵਾਹਿਗੁਰੂ ਦੇ ਸੱਚੇ ਨਾਮ ਨਾਲ ਹੀ ਸੁਰਤ ਨੂੰ ਜੋੜ ਕੇ ਰੱਖੋ। ਲਿਵ ਲਾ ਕੇ ਇਸ ਦੁਨੀਆ ਵਿੱਚ ਸਦਾ ਸੱਚ ਦੇ ਨਾਲ ਹੀ ਜੁੜੇ ਰਹੋ। ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ। ਗੁਰੂ ਕੇ ਸ਼ਬਦਾਂ ਵਿੱਚ ਸਭ ਸੱਚ ਹੀ ਸੱਚ ਹੈ, ਸੱਚਾ ਨਾਮ ਹੈ ਵਾਹਿਗੁਰੂ, ਸੱਚੇ ਦੀ ਵਡਿਆਈ ਹੈ। ਪਰ ਇਹ ਗੁਰੂ ਕਾ ਸ਼ਬਦ ਹਿਰਦੇ 'ਚ ਤਾਂ ਵਸਦਾ ਕਰਮੀ ਪੱਲੇ ਪਾਏ। ਵਾਹਿਗੁਰੂ ਦੀ ਕਰਮ ਬਖਸ਼ਿਸ਼ ਦੁਆਰਾ ਹੀ ਹਿਰਦੇ ਰੂਪੀ ਪੱਲੇ 'ਚ ਪੈਂਦਾ ਹੈ ਗੁਰੂ ਕਾ ਸ਼ਬਦ, ਜਿਹਦੇ ਵਿੱਚ ਸੱਚ ਹੀ ਸੱਚ ਹੈ। ਪੌੜੀ ਸ਼੍ਰੀ ਗੁਰੂ ਰਾਮਦਾਸ ਬਚਨ ਫਰਮਾ ਰਹੇ ਨੇ, ਹਰ ਅੰਦਰ ਬਾਹਰ ਇੱਕ ਤੂੰ। ਹੇ ਹਰੀ ਜੀ, ਸਾਡੇ ਅੰਦਰ ਵੀ, ਸਾਹਾਂ ਵਿੱਚ ਵੀ, ਹਿਰਦੇ ਅੰਦਰ ਵੀ ਤੁਸੀਂ ਵਸੇ ਹੋਏ, ਬਾਹਰ ਵੀ ਤੁਸੀਂ ਵਸ ਰਹੇ ਹੋ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਹੇ ਹਰੀ ਜੀ, ਅੰਦਰ ਵੀ ਤੇ ਬਾਹਰ ਵੀ ਇੱਕੋ ਇੱਕ ਤੁਸੀਂ ਹੋ। ਤੂੰ ਜਾਣੈ ਭੇਤ, ਸਾਰੇ ਭੇਤਾਂ ਨੂੰ ਤੁਸੀਂ ਜਾਣਦੇ ਹੋ, ਤੁਹਾਥੋਂ ਕੁਛ ਵੀ ਲੁਕਿਆ ਹੋਇਆ ਨਹੀਂ। ਸਾਡੇ ਬਾਹਰੀ ਸਰੀਰਕ ਕਰਮਾਂ ਨੂੰ ਵੀ ਤੁਸੀਂ ਜਾਣਦੇ ਹੋ, ਸਾਡੇ ਹਿਰਦੇ ਦੇ ਗੁਪਤ ਭੇਦਾਂ ਨੂੰ ਵੀ ਤੁਸੀਂ ਜਾਣਦੇ ਹੋ, ਤੁਹਾਥੋਂ ਕੁਛ ਨਹੀਂ ਲੁਕਿਆ ਹੋਇਆ। ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਹਜ਼ੂਰ ਕਹਿੰਦੇ ਮਨ ਨੂੰ ਸਮਝਾਉਣਾ ਚਾਹੀਦਾ ਵੀ ਮੇਰੇ ਮਨਾ, ਜੋ ਕੁਛ ਵੀ ਤੂੰ ਕਰਦਾ ਹੈ ਉਹ ਹਰੀ ਪਰਮਾਤਮਾ ਅਕਾਲ ਪੁਰਖ ਤੇਰੇ ਕੀਤੇ ਨੂੰ ਜਾਣਦਾ ਹੈ। ਇਸ ਕਰਕੇ ਮਨਾ ਹਰੀ ਨੂੰ ਚੇਤੇ ਕਰਿਆ ਕਰ, ਤੇਰਾ ਕੰਮ ਹੈ ਵਾਹਿਗੁਰੂ ਨੂੰ ਚੇਤੇ ਕਰਨਾ। ਸੋ ਡਰੈ ਜੇ ਪਾਪ ਕਮਾਉਣ ਦਾ, ਇਹ ਚੇਤਾ ਰੱਖੀ, ਜਿਹੜਾ ਪਾਪ ਕਮਾਉਂਦਾ ਨਾ ਜੀਵ, ਉਹਦੇ ਮਨ ਅੰਦਰ ਡਰ ਬਣਿਆ ਰਹਿੰਦਾ, ਤੌਖਲਾ ਬਣਿਆ ਰਹਿੰਦਾ
ਮੇਰੇ ਕਰਮ ਦਾ ਪਤਾ ਨਾ ਲੱਗ ਜੇ, ਮੇਰੀ ਨਿੰਦਾ ਹੋਵੇਗੀ, ਅਪਜਸ ਹੋਵੇਗਾ, ਸਜ਼ਾ ਮਿਲੇਗੀ। ਜੋ ਵੀ ਪਾਪ ਕਮਾਉਂਦਾ ਹੈ ਉਹ ਡਰਦਾ ਹੈ। ਧਰਮੀ ਵਿਗਸੇਤ, ਜਿਹੜਾ ਧਰਮ ਦੇ ਮਾਰਗ 'ਤੇ ਚੱਲਦਾ। ਪ੍ਰਮਾਤਮਾ ਵੱਲੋਂ ਸਾਨੂੰ ਜਿਹੜਾ ਫਰਜ਼ ਬਖਸ਼ਿਆ ਗਿਆ, ਜੋ ਸਾਡੇ ਫਰਜ਼ ਹਨ, ਉਹ ਧਰਮ ਹੈ। ਜਿੱਥੇ ਜਿੱਥੇ ਪ੍ਰਮਾਤਮਾ ਨੇ ਸਾਨੂੰ ਕਿਸ ਕਾਰ 'ਚ ਲਾਇਆ, ਉਹ ਉੱਥੇ ਤਨਦੇਹੀ ਨਾਲ ਉਹਨੂੰ ਨਿਭਾਉਣਾ, ਇਹ ਧਰਮ ਹੈ। ਧਰਮੀ ਬੰਦਾ ਵਿਗਸੇਤ, ਵਿਗਸਦਾ, ਖੁਸ਼ ਪ੍ਰਸੰਨ ਹੁੰਦਾ। ਧਰਮ ਕਮਾ ਕੇ ਖੁਸ਼ੀ ਮਿਲਦੀ, ਪਾਪ ਕਮਾ ਕੇ ਡਰ ਪੈਦਾ ਹੁੰਦਾ। ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ। ਹੇ ਵਾਹਿਗੁਰੂ, ਤੁਸੀਂ ਆਪ ਸੱਚ ਸਰੂਪ ਹੋ, ਤੁਹਾਡਾ ਨਿਆਉ ਵੀ ਸੱਚ ਹੈ, ਤਾਂ ਫਿਰ ਡਰੀਏ ਕੇਤ। ਕਿਉਂ ਡਰਨਾ ਹੋਇਆ ਫਿਰ ਅਸੀਂ? ਤਾਂ ਫਿਰ ਕਿਉਂ ਡਰਨਾ ਹੈ? ਜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਹੋਈਏ ਫਿਰ ਡਰ ਕਾਹਦਾ? ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਸੱਚ ਸਰੂਪ ਵਾਹਿਗੁਰੂ ਨੂੰ ਪਛਾਣ ਲਿਆ, ਉਸ ਦੇ ਸੱਚੇ ਨਾਮ ਦੀ ਮਹਿਮਾ ਨੂੰ ਪਛਾਣ ਲਿਆ। ਸੇ ਸੱਚ ਰਲੇਤ, ਸੇ ਬਹੁਵਚਨ, ਉਹ ਜੀਵ ਸੱਚ ਸਰੂਪ ਵਾਹਿਗੁਰੂ ਵਿੱਚ ਹੀ ਰਲੇਤ ਰਲ ਜਾਂਦੇ ਹਨ। ਸੇ ਹਰਕੇ ਜਨ ਹਰ ਸਿਉ ਰਲ ਮਿਲੇ, ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤ। ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਉਹ ਸੱਚੇ ਪ੍ਰਮਾਤਮਾ ਵਿੱਚ ਰਲ ਜਾਂਦੇ ਹਨ, ਅਭੇਦ ਹੋ ਗਏ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅਗਲਾ ਸ਼ਲੋਕ ਉਚਾਰਦੇ ਹਨ। ਕਲਮ ਜਲੋ ਸਣ ਮਸਵਾਣੀਐ। ਸਵਾਲ ਉੱਠਦਾ ਵੀ ਕੀ ਮਹਾਰਾਜ, ਜਿਹੜੇ ਫਿਰ ਕਲਮਾਂ ਤੇ ਸਿਆਹੀਆਂ ਦੇ ਨਾਲ ਰੱਬ ਦਾ ਜਸ ਲਿਖਦੇ ਨੇ, ਨਹੀਂ ਲਿਖਣਾ ਚਾਹੀਦਾ? ਮਹਾਰਾਜ ਕਹਿੰਦੇ ਨਹੀਂ, ਹੋਰ ਗੱਲ ਅਸੀਂ ਕਹਿ ਰਹੇ। ਕਲਮ ਜਲੋ ਸਣ ਮਸਵਾਣੀ, ਉਹ ਕਲਮ ਵੀ ਸੜ ਜਾਏ, ਸਮੇਤ ਮਸਵਾਣੀ ਸਿਆਹੀ ਦਵਾਤ ਦੇ। ਕਾਗਜ਼ ਵੀ ਜਲ ਜਾਓ, ਉਹ ਕਾਗਜ਼ ਵੀ ਸੜ ਜਾਣਾ ਚਾਹੀਦਾ। ਕਿਹੜਾ ਜੀ? ਲਿਖਣ ਵਾਲਾ ਜਲ ਬਲੋ, ਉਹ ਲਿਖਣ ਵਾਲਾ ਲਿਖਾਰੀ ਵੀ ਸੜ ਬਲ ਜਾਣਾ ਚਾਹੀਦਾ। ਅੱਗ ਲੱਗ ਕੇ ਜਲਣ ਲੱਗ ਪਿਆ ਤੇ ਫਿਰ ਬਲ ਗਿਆ, ਮੱਚ ਗਿਆ, ਸੜ ਕੇ ਮੱਚ ਜਾਏ, ਖਤਮ ਹੋ ਜਾਏ। ਜਿਹਨੇ ਲਿਖਿਆ ਦੂਜਾ ਭਾਵ, ਜਿਹਨੇ ਕਾਗਜ਼ ਦੇ ਉੱਪਰ ਕਲਮ ਦੇ ਨਾਲ ਸਿਆਹੀ ਦੁਆਰਾ ਦੂਜਾ ਭਾਵ ਸੰਸਾਰ ਦਾ ਮੋਹ ਹੀ ਲਿਖਿਆ ਹੈ। ਜਿਵੇਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਦੇ ਕੋਲ ਇੱਕ ਵਿਦਵਾਨ ਸੱਜਣ ਜਿਹੜਾ ਇਸ਼ਕ ਮਜਾਜੀ ਦੇ ਨਾਵਲ ਆਦਿਕ ਲਿਖਦਾ ਸੀ, ਉਹ ਭਾਈ ਵੀਰ ਸਿੰਘ ਨੂੰ ਮਿਲਣਾ ਚਾਹਿਆ। ਨੇ ਸੁਨੇਹਾ ਭੇਜਿਆ ਤਾਂ ਭਾਈ ਸਾਹਿਬ ਨੇ ਪਹਿਲਾਂ ਜਵਾਬ ਦਿੱਤਾ ਵੀ ਨਹੀਂ ਮਿਲਣਾ। ਫਿਰ ਦੁਬਾਰਾ ਬੇਨਤੀਆਂ ਕੀਤੀਆਂ। ਫਿਰ ਭਾਈ ਸਾਹਿਬ ਨੇ ਕਿਹਾ ਸਿਰਫ 3 ਮਿੰਟ, ਪਰ ਉਹਦੇ ਵਿੱਚ ਵੀ ਸ਼ਰਤ ਹੈ ਕਿ ਸਤਿਗੁਰੂ ਦੀ ਬਾਣੀ ਤੇ ਗੁਰੂ ਕੇ ਇਤਿਹਾਸ ਤੋਂ ਬਗੈਰ ਹੋਰ ਗੱਲਬਾਤ ਨਾ ਕਰੇ। ਜੇ ਕਰੇਗਾ ਤਾਂ ਅਸੀਂ ਉੱਠ ਕੇ ਆ ਜਾਵਾਂਗੇ। ਫਿਰ ਉਹ ਵਿਅਕਤੀ ਆਇਆ ਤੇ ਭਾਈ ਸਾਹਿਬ ਨਾਲ 3 ਮਿੰਟ ਦੀ ਜਿਹੜੀ ਮਿਲਣੀ ਹੋਈ, ਉਹਦੇ ਨਾਲ ਹੀ ਉਹਦੀ ਕਲਮ ਦੀ ਰਵਾਨਗੀ ਬਦਲ ਗਈ। ਜਿਹੜਾ ਅੱਗੇ ਇਸ਼ਕ ਮਜਾਜੀ ਦੇ ਕਿਸੇ ਨਾਵਲ ਲਿਖਦਾ ਸੀ, ਉਹ ਗੁਰੂ ਕਾ ਇਤਿਹਾਸ, ਗੁਰੂ ਕੀ ਬਾਣੀ ਲਿਖਣ ਵਾਲਾ ਬਣ ਗਿਆ। ਸੋ ਇਸ ਪ੍ਰਕਾਰ ਗੁਰਮੁਖ ਹੱਥ ਸਕੱਥ ਹਨ, ਜੋ ਸਾਧ ਸੰਗਤ ਗੁਰ ਕਾਰ ਕਮਾਵੈ। ਗੁਰਬਾਣੀ ਲਿਖ ਪੋਥੀਆਂ, ਤਾਲ ਮ੍ਰਿਦੰਗ ਰਬਾਬ ਹੋ ਜਾ। ਜਿਹਨੇ ਦੂਜਾ ਭਾਵ ਪ੍ਰਮਾਤਮਾ ਤੋਂ ਛੁੱਟ ਹੋਰ ਜਿਹੜੀ ਪ੍ਰੇਮ ਭਾਵਨਾ ਹੈ, ਸੰਸਾਰ ਪਦਾਰਥਾਂ ਦਾ ਮੋਹ, ਮਾਇਆ ਦਾ ਮੋਹ ਜਿਹਨੇ ਲਿਖਿਆ ਹੈ, ਉਹ ਲਿਖਣ ਵਾਲਾ ਵੀ ਸੜ ਬਲ ਜਾਏ। ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ। ਫਿਰ ਮਹਾਰਾਜ ਕਹਿੰਦੇ ਨੇ ਉਹਨਾਂ ਤੇ ਤਰਸ ਕਰਦੇ ਹੋਏ ਸਤਿਗੁਰੂ ਅਮਰਦਾਸ ਵੀ ਭਾਈ ਪੂਰਬਲੇ ਜਨਮਾਂ ਦੇ ਜਿਹੜੇ ਸੰਸਕਾਰ ਨੇ ਉਹ ਮਸਤਕ 'ਤੇ ਲਿਖੇ ਹੋਏ ਨੇ, ਉਹਦੇ ਅਨੁਸਾਰ ਹੀ ਜੀਆਂ ਨੇ ਕਮਾਉਣਾ ਹੋਇਆ, ਜੋ ਕੁਛ ਕਮਾਉਣਾ ਹੈ, ਭਾਵ ਜੋ ਵੀ ਕਰਮ ਕਰਨੇ ਉਹਦੇ ਅਨੁਸਾਰ। ਕੀ ਹੈ ਪੂਰਬ ਲਿਖਿਆ? ਜੋ ਕੁਝ ਅਸੀਂ ਕਰਮ ਕਰਦੇ ਹਾਂ, ਇਹਦਾ 2 ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਇੱਕ ਸਰੀਰਕ ਤੌਰ 'ਤੇ ਜੋ ਅਸੀਂ ਕਰਦੇ ਹਾਂ, ਉਹਦੇ ਦੁਆਰਾ ਕੋਈ ਨਫਾ ਜਾਂ ਨੁਕਸਾਨ ਹੁੰਦਾ। ਕਈ ਵਾਰੀ ਮਾੜੇ ਕਰਮ ਕਰਕੇ ਸਰੀਰਕ ਤੌਰ 'ਤੇ ਨਫਾ ਮਿਲ ਜਾਂਦਾ, ਤਾਂ ਹੀ ਲੋਕ ਬੁਰੇ ਕਰਮ ਕਰਦੇ ਨੇ। ਵੀ ਮਾਇਆ ਖੁੱਲ੍ਹੀ, ਸੁੱਖ ਖੁੱਲ੍ਹੇ ਆ ਜਾਂਦੇ ਨੇ, ਤਾਂ ਬੁਰੇ ਕਰਮ ਕਰੀ ਜਾਂਦੇ ਨੇ। ਪਰ ਉਹਨਾਂ ਬੁਰਿਆਂ ਕਰਮਾਂ ਦੇ ਸੰਸਕਾਰ ਅੰਦਰ ਉਕਰੇ ਜਾਂਦੇ ਨੇ। ਉਹਨਾਂ ਨੂੰ ਕਿਹਾ ਚਿੱਤਰਗੁਪਤ ਲੇਖਾ ਲਿਖਦੇ ਨੇ, ਮਾਨੋ ਕਿ ਫਿਲਮ ਬਣ ਰਹੀ ਹੈ, ਅਤੇ ਉਹ ਜੀਵ ਆਤਮਾ ਦੇ ਨਾਲ ਹੀ ਰਹਿੰਦੇ ਨੇ। ਸਰੀਰਕ ਤੌਰ 'ਤੇ ਕੀਤੇ ਕਰਮ ਜਿਹੜੇ ਨੇ, ਉਹਨਾਂ ਬਾਰੇ ਵੀ ਕਈ ਵਾਰੀ ਭੁਲੇਖਾ ਹੁੰਦਾ ਵੇਖਣ ਵਾਲਿਆਂ ਨੂੰ, ਪਤਾ ਨਹੀਂ ਉਹਨੇ ਕਿਸ ਭਾਵਨਾ ਨਾਲ ਕੀਤੇ। ਉਹ 'ਤੇ ਨਿਰਭਰ ਕਰਦਾ ਵੀ ਉਹ ਕਿਸ ਭਾਵਨਾ ਨਾਲ ਕੀਤਾ। ਜੋ ਅੰਦਰ ਦੀ ਭਾਵਨਾ ਹੈ ਅਤੇ ਅੰਦਰ ਸੰਸਕਾਰ ਨੇ, ਉਹਦੇ ਅਨੁਸਾਰ ਫਲ ਭੋਗਣਾ ਪੈਂਦਾ ਜੀਵ ਨੂੰ। ਔਰ ਜਿਹੜੇ ਸੰਸਕਾਰ ਇਕੱਠੇ ਹੋ ਜਾਂਦੇ ਨੇ ਅੰਦਰ, ਜਿਵੇਂ ਜਿਵੇਂ ਅਗਲੇ ਜਨਮ ਹੁੰਦੇ ਨੇ, ਉਹ ਸੰਸਕਾਰ ਫਿਰ ਪ੍ਰੇਰਦੇ ਨੇ ਜੀਵ ਨੂੰ। ਅਤੇ ਜੇ ਚੰਗੇ ਹਨ ਤਾਂ ਚੰਗੇ ਪਾਸੇ ਨੂੰ ਪ੍ਰੇਰਦੇ ਆ, ਜੇ ਬਹੁਤੇ ਬੁਰੇ ਕਰਮ ਕੀਤੇ ਨੇ ਅਤੇ ਬਹੁਤੇ ਬੁਰੇ ਸੰਸਕਾਰ ਅੰਦਰ ਹੋਣਗੇ, ਉਹ ਬੁਰਿਆਂ ਕਰਮਾਂ ਵੱਲ ਪ੍ਰੇਰਦੇ ਨੇ।
ਇਹ ਹੈ ਪੂਰਬ ਲਿਖਿਆ ਆ। ਪੂਰਬਲੇ ਜਨਮਾਂ ਜੋ ਕਰਮ ਕਮਾਏ ਹਨ ਉਹਦੇ ਅਨੁਸਾਰ ਵਾਹਿਗੁਰੂ ਨੇ ਲੇਖ ਲਿਖੇ ਹਨ ਸਾਡੇ ਮਸਤਕ 'ਤੇ, ਅਤੇ ਉਹ ਲਿਖਿਆ ਹੋਏ ਲੇਖ ਉਹ ਸੰਸਕਾਰ ਪ੍ਰੇਰਦੇ ਹਨ। ਉਹਦੇ ਅਨੁਸਾਰ ਹੀ ਜੀਵ ਨੇ ਜੋ ਕੁਛ ਕਮਾਉਣਾ ਉਹ ਕਮਾਉਣਾ ਹੈ। ਅਵਰ ਨਾ ਕਰਨਾ ਜਾਏ, ਹੋਰ ਨਹੀਂ ਕੁਝ ਕੀਤਾ ਜਾ ਸਕਦਾ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ, ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ। ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਪ੍ਰਮਾਤਮਾ ਦੇ ਜਸ ਨੂੰ ਛੱਡ ਕੇ ਹੋਰ ਜਿਹੜਾ ਪੜ੍ਹਨਾ ਹੈ ਸੰਸਾਰੀ, ਉਹ ਕੂੜ ਝੂਠ ਪੜ੍ਹਨਾ ਲੋਕਾਂ ਨੂੰ, ਕੂੜ ਹੀ ਬੋਲਣਾ ਹੋਇਆ। ਬੋਲਦੇ ਵੀ ਕੂੜ ਝੂਠ ਨੇ, ਜਿਵੇਂ ਗੱਲ ਹੀ ਅੱਲ ਪਲਾਲੀਆਂ ਕੰਮ ਨਾ ਆਵੇ ਮਿਤ। ਸੰਤ ਸੁੰਦਰ ਸਿੰਘ ਜੀ ਆਮ ਇਹ ਪੰਕਤੀ ਪੜ੍ਹਿਆ ਕਰਦੇ ਸਨ। ਪੁਰਾਣੇ ਸਿੰਘ ਦੱਸਦੇ ਨੇ ਭਈ ਉਹ ਦੁਨਿਆਵੀ ਗੱਲਾਂ ਬਹੁਤ ਘੱਟ ਕਰਦੇ ਸੀ। ਉਹ ਇੰਝ ਹੀ ਭਜਨ ਪੜ੍ਹਦੇ ਸੀ, ਗੱਲ ਹੀ ਅੱਲ ਪਲਾਲੀਆਂ ਕੰਮ ਨਾ ਆਵੇ ਮਿਤ। ਮਿੱਤਰ ਜੀ ਇਹ ਕੰਮ ਨਹੀਂ ਆਉਂਦੀਆਂ, ਦੁਨਿਆਵੀ ਗੱਲਾਂ ਕਰਨ ਦਾ ਕੀ ਲਾਭ ਹੈ। ਮਾਇਆ ਨਾਲ ਪਿਆਰ, ਇਹਨਾਂ ਪੜ੍ਹਨ ਨਾਲ ਅਤੇ ਬੋਲਣ ਨਾਲ ਮਾਇਆ ਨਾਲ ਹੀ ਪਿਆਰ ਬਣਦਾ ਵੱਧਦਾ। ਜਿਵੇਂ ਸੰਸਾਰੀ ਚਾਰ ਇਕੱਠੇ ਹੋਣ, ਕਿਵੇਂ ਕਾਰੋਬਾਰ ਜੀ, ਕਿਵੇਂ ਕਿੱਥੋਂ ਲਾਭ ਮਿਲ ਗਿਆ, ਕਿੱਥੋਂ ਨੁਕਸਾਨ ਹੋਇਆ, ਅਤੇ ਇਸ ਤਰ੍ਹਾਂ ਅਗਾਂਹ ਤੋਂ ਅਗਾਂਹ ਮਾਇਆ ਨਾਲ ਪਿਆਰ ਵੱਧਦਾ ਜਾਂਦਾ। ਨਾਨਕ ਵਿਣ ਨਾ ਆਵੈ ਕੋ ਥਿਰ ਨਹੀਂ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਕੋਈ ਵੀ ਕੁਛ ਵੀ ਥਿਰ ਟਿਕੇ ਰਹਿਣ ਵਾਲਾ ਨਹੀਂ। ਪੜ੍ਹ ਪੜ੍ਹ ਹੋਏ ਖੁਆਰ, ਐਵੇਂ ਹੀ ਝਖਾਂ ਹੀ ਮਾਰਨੀਆਂ। ਪੜ੍ਹ ਪੜ੍ਹ ਕੇ ਵੀ ਲੋਕ ਖੁਆਰ ਹੋ ਰਹੇ ਨੇ। ਬੜੀ ਵਿੱਦਿਆ, ਬੜਾ ਗਿਆਨ ਪੜ੍ਹਿਆ, ਬੜੀ ਜਾਣਕਾਰੀ ਹਾਸਲ ਕੀਤੀ, ਪਰ ਵਾਹਿਗੁਰੂ ਦਾ ਨਾਮ ਛੱਡਿਆ ਹੋਇਆ, ਇਸ ਕਰਕੇ ਉਹ ਲੋਕ ਖੁਆਰ ਹੋਏ ਨੇ। ਪੜ੍ਹਨਾ ਬੁਰਾ ਨਹੀਂ ਹੈ, ਵਿਵਹਾਰਕ ਤੌਰ 'ਤੇ ਜਿੰਨੀ ਲੋੜ ਹੈ, ਜਿਹਦੇ ਨਾਲ ਵਿਹਾਰ ਸਿੱਧ ਹੁੰਦੇ ਨੇ, ਉਹ ਪੜ੍ਹਨਾ। ਕੁਛ ਵੀ ਜਾਣਕਾਰੀ ਗਿਆਨ ਹਾਸਲ ਕਰੋ, ਪਰ ਕੇਵਲ ਮਨੋਰਥ ਹੀ ਰੱਖਣਾ ਵੀ ਪੜ੍ਹ ਕੇ ਮਾਇਆ ਕਮਾ ਲਈਏ ਅਤੇ ਇਹੀ ਦੁਨਿਆਵੀ ਗਿਆਨ ਹੀ ਪੜ੍ਹੀ ਜਾਈਏ, ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਲਈਏ ਅਤੇ ਵਾਹਿਗੁਰੂ ਦਾ ਚੇਤਾ ਹੀ ਭੁਲਾ ਛੱਡੀਏ। ਇੱਥੇ ਤਾਂ ਖੁਆਰੀ ਹੈ। ਪੜ੍ਹ ਪੜ੍ਹ ਕੇ ਲੋਕ ਬੜੇ ਖੁਆਰ ਹੋਏ ਨੇ। ਬੜਿਆਂ ਨੇ ਵਤੰਡਾਵਾਦ ਕਰ ਕਰਕੇ ਖੁਆਰੀ ਪ੍ਰਾਪਤ ਕੀਤੀ ਹੈ। ਪੌੜੀ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਹਰੀ ਪ੍ਰਮਾਤਮਾ ਦੀ ਵਡਿਆਈ ਕਰਨੀ, ਇਸ ਕਰਕੇ ਵੱਡੀ ਕਰਨੀ ਹੈ। ਹਰ ਕੀਰਤਨ ਹਰ ਕਾ, ਹਰੀ ਪ੍ਰਮਾਤਮਾ ਦਾ ਕੀਰਤਨ ਕਰਨਾ, ਜੋ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ ਅਤੇ ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ। ਹਰੀ ਪ੍ਰਮਾਤਮਾ ਦਾ ਕੀਰਤਨ ਅਤੇ ਹਰੀ ਦੀ ਵਡਿਆਈ ਕਰਨੀ, ਇਸ ਕਰਕੇ ਵੱਡੀ ਕਰਨੀ ਹੈ। ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਓ ਹੈ ਧਰਮ ਦਾ, ਦੋਵੇਂ ਅਰਥ ਸਮਝ ਲੈਣੇ। ਹਰੀ ਦੀ ਵਡਿਆਈ ਵੱਡੀ ਹੈ, ਹਰੀ ਦਾ ਕੀਰਤਨ ਵੱਡਾ ਹੈ। ਹੋਰਨਾਂ ਦੀ ਵਡਿਆਈ ਕਰਨੀ ਵੱਡੀ ਨਹੀਂ ਹੈ। ਪਰਮਾਤਮਾ ਦੀ ਵਡਿਆਈ ਤਾਂ ਹਮੇਸ਼ਾ ਹੀ ਵੱਡੀ ਆ, ਉਹਦੇ ਜਿੱਡਾ ਵੱਡਾ ਕੋਈ ਹੈ ਹੀ ਨਹੀਂ। ਹਰੀ ਦਾ ਕੀਰਤਨ ਵੀ ਸਭ ਤੋਂ ਵੱਡਾ ਹੈ, ਸਭ ਦੀ ਕਲਿਆਣ ਕਰਨ ਵਾਲਾ ਹੈ, ਸਭਨਾਂ ਨੂੰ ਹਰੇ ਭਰੇ ਕਰਨ ਵਾਲਾ, ਸਭਨਾਂ ਦੇ ਦੁੱਖ ਹਰਨ ਵਾਲਾ। ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਓ ਹੈ ਧਰਮ ਕਾ। ਹਰੀ ਪ੍ਰਮਾਤਮਾ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਕਿ ਵਾਹਿਗੁਰੂ ਦੇ ਦਰ 'ਤੇ ਜੋ ਨਿਆਓ ਹੁੰਦਾ ਹੈ ਨਾ, ਉਹ ਧਰਮ ਦਾ ਨਿਆਓ ਹੈ, ਮਤਲਬ ਸੱਚਾ ਨਿਆਓ ਹੁੰਦਾ ਹੈ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਓ। ਇਸ ਕਰਕੇ ਪ੍ਰਮਾਤਮਾ ਦੀ ਵਡਿਆਈ ਕਰਨੀ ਵੱਡੀ ਕਰਨੀ ਹੈ। ਉਹ ਸੱਚ ਸਰੂਪ ਹੈ, ਉਹਦਾ ਨਿਆਓ ਵੀ ਸੱਚਾ ਹੈ। ਇਸ ਵਡਿਆਈ ਕਰਨ ਦੇ ਨਾਲ ਸਾਨੂੰ ਕਿਸੇ ਗੱਲੋਂ ਨਮੋਸ਼ੀ ਨਹੀਂ ਉਠਾਉਣੀ ਪਏਗੀ। ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ। ਹਰੀ ਪ੍ਰਮਾਤਮਾ ਦੀ ਵਡਿਆਈ ਕਰਨੀ ਇਸ ਕਰਕੇ ਵੱਡੀ ਕਰਨੀ ਹੈ ਕਿਉਂਕਿ ਜੀਵ ਆਤਮਾ ਨੂੰ ਫਲ ਮਿਲਦਾ ਹੈ ਆਤਮ ਗਿਆਨ ਦਾ। ਜਾਂ ਇਸੇ ਤਰ੍ਹਾਂ ਇੰਝ ਵੀ ਸਮਝ ਲੈਣਾ ਕਿ ਹਰ ਇੱਕ ਜੀ ਦੇ ਕਮਾਏ ਕਰਮ ਦਾ ਫਲ ਉਸੇ ਨੂੰ ਭੁਗਤਾਉਂਦਾ ਵਾਹਿਗੁਰੂ। ਇਹਨੇ ਵੀ ਕਰਮ ਕਿਸੇ ਨੇ ਕੀਤਾ, ਫਲ ਕੋਈ ਲੈ ਜਾਏਗਾ। ਹੇਰਾ ਫੇਰੀ ਨਹੀਂ ਚੱਲਦੀ ਵਾਹਿਗੁਰੂ ਦੇ ਦਰ 'ਤੇ। ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹਿਆ ਚੁਗਲਕਾ। ਹਰੀ ਪ੍ਰਮਾਤਮਾ ਦੀ ਵਡਿਆਈ ਇਸ ਕਰਕੇ ਵੱਡੀ ਮਹਾਨ ਹੈ ਜਦੋਂ ਪ੍ਰਮਾਤਮਾ ਕਿਸੇ ਕਹੇ ਚੁਗਲ ਦਾ ਕਿਹਾ ਹੋਇਆ ਨਹੀਂ ਸੁਣਦਾ, ਵੀ ਕਿਸੇ ਚੁਗਲ ਦੇ ਕਹੇ ਹੋਏ ਅਨੁਸਾਰ ਫੈਸਲਾ ਕਰ ਦੇ ਜਾਂ ਕਿਸੇ ਨੂੰ ਫਲ ਦੇ ਦੇ, ਕਿਸੇ ਕੋਲੋਂ ਖੋਹ ਲੈ ਕਿਸੇ ਚੁਗਲ ਦੇ ਕਹਿਣ ਕਰਕੇ। ਇੰਝ ਨਹੀਂ, ਚੁਗਲਾਂ ਦਾ ਕਿਹਾ, ਨਿੰਦਿਆ ਕਰਨ ਵਾਲਿਆਂ ਦਾ, ਨਿੰਦਕਾਂ ਦਾ ਕਿਹਾ ਨਹੀਂ ਉਹ ਸੁਣਦਾ। ਪ੍ਰਮਾਤਮਾ ਅੰਦਰ ਦੀ ਗੱਲ ਸੁਣਦਾ, ਅੰਦਰ ਦੀ ਭਾਵਨਾ ਨੂੰ ਜਾਣਦਾ ਹੈ। ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵਕਾ। ਇਸ ਕਰਕੇ ਪ੍ਰਮਾਤਮਾ ਦੀ ਵਡਿਆਈ ਕਰਨੀ ਵੱਡੀ ਕਰਨੀ ਹੈ, ਜਾਂ ਪ੍ਰਮਾਤਮਾ ਦੀ ਵਡਿਆਈ ਹਮੇਸ਼ਾ ਇਸ ਕਰਕੇ ਵੱਡੀ ਹੈ ਅਪੁੱਛਿਆ ਦਾਨ ਦੇਵਕਾ। ਉਹ ਪੁੱਛ ਕੇ ਦਾਨ ਨਹੀਂ ਦਿੰਦਾ। ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਕਿਸੇ ਹੋਰ ਨੂੰ ਪੁੱਛ ਕੇ ਮਸਲਤ ਸਲਾਹ
ਤੇ ਫਿਰ ਨਹੀਂ ਕੋਈ ਦਾਨ ਦਿੰਦਾ, ਪੁੱਛਣ ਤੋਂ ਬਗੈਰ ਹੀ ਦਾਨ ਦਿੰਦਾ। ਸਾਡੇ ਵੱਲੋਂ ਵੀ ਮੰਗਣ ਤੋਂ ਬਗੈਰ ਹੀ ਸਾਨੂੰ ਦੇ ਸਕਦਾ। ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜਿਓ। ਮੰਗਣਾ ਜ਼ਰੂਰੀ ਨਹੀਂ ਹੈ, ਜੇ ਅਸੀਂ ਪਾਤਰ ਹੋਈਏ ਤੇ ਉਂਝ ਮੰਗਣ ਤੋਂ ਬਗੈਰ ਵੀ ਦਿੰਦਾ। ਤੇ ਉਹ ਪੂਛ ਨਾ ਕਿਸੇ ਕਰੇ ਵਿਚਾਰ, ਉਹ ਕਿਸੇ ਨੂੰ ਪੁੱਛ ਕੇ ਵਿਚਾਰ ਨਹੀਂ ਕਰਦਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵਕਾ। ਬਿਨਾਂ ਪੁੱਛਣ ਤੋਂ ਹੀ ਤੂੰ ਅਣਮੰਗਿਆ ਦਾਨ ਦੇਵਣਾ ਸਭਨਾ ਹਾਂ ਜੀਆ। ਸਭਨਾ ਜੀਆਂ ਦੇ ਤਾਈਂ ਅਣਮੰਗਿਆ ਦਾਨ ਹੀ ਬਖਸ਼ਣ ਵਾਲਾ ਵਾਹਿਗੁਰੂ ਪਰਮਾਤਮਾ। ਸੋ ਇੱਥੋਂ ਤੱਕ ਵਿਚਾਰ ਆਪ ਗੁਰਸੰਗਤ ਜੀ ਨੇ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।